ਸਵਾਗਤ ਹੈ ਲਿਵਿੰਗ ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਨੂਰਵਰਜੋਤ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਦਾ ਵੀਜ਼ਾ ਲਾਈਵ। ਸੋ ਵੀਜ਼ਾ ਨਹੀਂ ਲੱਗਦਾ, ਕਨਫਿਊਜ਼ਨਸ ਆਉਂਦੀਆਂ ਨੇਗੀਆਂ, ਰਿਫਿਊਜ਼ਲ ਆ ਗਈਆਂ ਜੀ, ਵੀਜ਼ਾ ਕਿਵੇਂ ਲਵਾਉਣਾ। ਹੁਣ ਵੈਸੇ ਵੀ ਰਿਜ਼ਲਟਸ ਆਏ ਨੇਗੇ, ਬੱਚਿਆਂ ਦੇ ਤਾਂ ਸੋਚ ਰਹੇ ਹੋਣਗੇ ਵੀ ਜੇ ਬਾਹਰ ਜਾਣਾ ਹੈ ਕਿੱਥੇ ਜਾਣਾ, ਕਿਹੜੇ ਸੌਖੇ ਤਰੀਕੇ ਨਾਲ ਜਾਣਾ। ਸੋ ਇਹਦੇ ਲਈ ਤੁਸੀਂ ਟੈਨਸ਼ਨ ਨਾ ਲਓ, ਇਹਦੇ ਸਾਰੇ ਜਵਾਬ ਅੱਜ ਤੁਹਾਨੂੰ ਅਸੀਂ ਆਪਣੇ ਸ਼ੋਅ ਦੇ ਵਿੱਚ ਦੇਵਾਂਗੇ। ਸੋ ਸਾਡੇ ਨਾਲ ਸਾਡੇ ਅੱਜ ਦੇ ਗੈਸਟ ਮੌਜੂਦ ਨੇ ਜਸਪਾਲ ਸਿੰਘ ਮਾਨ ਜੀ, ਸਵਾਗਤ ਹੈ ਤੁਹਾਡਾ ਬਹੁਤ ਬਹੁਤ। ਸਾਰਿਆਂ ਨੂੰ ਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸੋ ਸਵਾਲ ਇੱਦਾਂ ਹੈ ਕਿ ਹੁਣ ਜਿਵੇਂ CBSE ਦੇ ਪੇਪਰ ਹੋਏ ਬੱਚਿਆਂ ਦੇ, ਤਾਂ ਕਈ ਬੱਚਿਆਂ ਨੇ ਪੁੱਛਿਆ ਵੀ ਸਰ ਕਿ ਵੀਜ਼ਾ ਕਿੱਥੇ ਲਵਾਈਏ, ਕਿੱਥੇ ਜਾਣਾ ਚਾਹੀਦਾ ਹੈ, ਕਿਉਂਕਿ ਹੁਣ ਕਰੀਅਰ ਦਾ ਇੱਕ ਪੀਕ ਪੁਆਇੰਟ ਕਹਿ ਦਿੰਦੇ ਆ। ਜੇ ਆਪਾਂ ਮੰਨ ਲਓ ਡਿਗਰੀ ਕਰ ਲਈ ਆ, ਕਈ ਸੋਚਦੇ ਨੇ ਕਿ ਅਸੀਂ ਵੀਜ਼ਾ ਲਾ ਕੇ ਬਾਹਰ ਜਾ ਵੜੀ ਕਿ 3 ਸਾਲਾਂ ਦੇ ਵਿੱਚ ਅਸੀਂ ਅੱਗੇ ਸੈੱਟ ਹੋ ਜਾਾਂਗੇ ਜਿਹੜਾ ਅਸੀਂ ਇੱਥੇ ਪੜ੍ਹਨਾ। ਤਾਂ ਕਿੱਥੇ ਅਪਲਾਈ ਕਰ ਸਕਦੇ ਹਾਂ ਆਪਾਂ ਵੀਜ਼ਾ ਸੌਖੇ ਤਰੀਕੇ ਨਾਲ, ਜੇ ਦੇਖ ਲਈਏ ਜਾਂ ਕੈਨੇਡਾ ਜਾਂ ਕਿੱਥੇ? ਦੇਖੋ ਜੀ, ਬੱਚਿਆਂ ਕੋਲੇ ਸਾਰਿਆਂ ਕੋਲੇ ਅਲੱਗ-ਅਲੱਗ ਆਪਸ਼ਨ ਹੁੰਦੀ ਹੈ ਜੀ। ਅਗਰ ਤਾਂ ਉਹ 12ਵੀਂ ਤੋਂ ਬਾਅਦ ਇੰਡੀਆ ਜਾਂ ਆਪਣੇ ਕਿਤੇ ਵੀ ਉਹ ਰਹਿ ਰਹੇ ਨੇ ਉੱਥੇ ਪੜ੍ਹਨਾ ਚਾਹੁੰਦੇ ਨੇ ਤਾਂ ਉੱਥੇ ਪੜ੍ਹ ਸਕਦੇ ਨੇ। ਅਗਰ ਉਹ ਫੋਰਨ ਕਿਸੇ ਵੀ ਕੰਟਰੀ ਬਾਰੇ ਕੋਈ ਵੀ ਪਲਾਨ ਬਣਾਉਂਦੇ ਨੇ, ਪੜ੍ਹਨ ਜਾਣਾ ਚਾਹੁੰਦੇ ਨੇ, ਜਾਂ CBSE ਦੇ ਨੇ ਜਾਂ ਪੰਜਾਬ ਬੋਰਡ ਦੇ ਨੇ, ਤਾਂ ਉਹ ਕੋਈ ਵੀ ਬੱਚਾ ਜਾ ਸਕਦਾ। ਬਟ ਇਹ ਆ ਕਿ +2 ਦੇ ਵਿੱਚੋਂ ਜਿਹੜੇ ਸਕੋਰ ਹੈ, ਉਹਨਾਂ ਦੇ ਨੰਬਰ ਹੈਗੇ ਉਹਨਾਂ ਦੇ, ਉਹ ਬਹੁਤ ਜ਼ਰੂਰੀ ਨੇ ਕਿ ਉਹਨਾਂ ਦੇ ਕਿੰਨੇ ਆਏ ਨੇ, ਕਿਹੜੇ ਸਬਜੈਕਟ ਦੇ ਵਿੱਚ ਕਿੰਨੇ ਪਰਸੈਂਟ ਨੇ, ਇੰਗਲਿਸ਼ ਚੋਂ ਕਿੰਨੇ ਪਰਸੈਂਟ ਨੇ ਤੇ ਪੰਜਾਬੀ ਚੋਂ ਕਿੰਨੇ ਨੇ, ਤੇ ਮਤਲਬ ਉਹ ਬਹੁਤ ਜ਼ਰੂਰੀ ਹੈ ਜੀ। ਤੁਸੀਂ ਕਿੱਥੋਂ ਦੇ ਵੀਜ਼ੇ ਪ੍ਰੋਵਾਈਡ ਕਰਵਾ ਸਕਦੇ ਹੋ? ਜੇ ਗੱਲ ਕਰ ਲਈਏ ਬੱਚੇ ਨੇ ਕਿੱਥੇ ਜਾਣਾ, ਕਿੱਥੋਂ ਆਪਣੀ ਕੰਪਨੀ ਜਿਹੜੀ ਹੈ ਕਿੱਥੋਂ ਤੱਕ ਦੇ ਵੀਜ਼ੇ ਪ੍ਰੋਵਾਈਡ ਕਰਾ? ਦੇਖੋ ਜੀ, ਜਿਹੜੀ ਸਾਡੀ ਕੰਪਨੀ ਹੈ ਉਹ ਸਾਰੇ ਵੀਜ਼ੇ ਕਰਦੀ ਹੈ, ਚਾਹੇ ਦੀ ਕੋਈ ਵੀ ਵੀਜ਼ਾ ਹੋਵੇ। ਠੀਕ ਹੈ ਜੀ, ਚਾਹੇ ਦੀ ਕੈਨੇਡਾ ਹੋਵੇ, ਚਾਹੇ ਦੀ ਆਸਟ੍ਰੇਲੀਆ ਹੋਵੇ, ਚਾਹੇ ਦੀ ਯੂਰਪ ਹੋਵੇ, ਚਾਹੇ ਦੀ US ਹੋਵੇ, ਚਾਹੇ ਦੀ ਨਿਊਜ਼ੀਲੈਂਡ ਹੋਵੇ। ਲੇਕਿਨ ਡਿਪੈਂਡ ਕਰਦਾ ਪ੍ਰੋਫਾਈਲ। ਕਈ ਬੱਚਿਆਂ ਦਾ ਕੀ ਹੈ, ਬੱਚੇ ਸੋਚ ਲੈਂਦੇ ਨੇ ਜੀ ਅਸੀਂ ਕੈਨੇਡਾ ਹੀ ਜਾਣਾ, ਲੇਕਿਨ ਉਹਨਾਂ ਦੀ ਪ੍ਰੋਫਾਈਲ ਆਸਟ੍ਰੇਲੀਆ ਲਈ ਹੁੰਦੀ ਹੈ। ਕਈ ਬੱਚੇ ਸੋਚਦੇ ਨੇ ਜੀ ਅਸੀਂ ਆਸਟ੍ਰੇਲੀਆ ਜਾਣਾ, ਉਹਨਾਂ ਦੀ ਪ੍ਰੋਫਾਈਲ ਕੈਨੇਡਾ ਲਈ ਐਲੀਜੀਬਲ ਹੁੰਦੀ ਹੈ। ਇਹ ਤਾਂ ਡਿਪੈਂਡ ਕਰਦਾ ਬੱਚੇ ਦੀ ਪ੍ਰੋਫਾਈਲ ਤੇ ਕਿ ਉਹਦੀ ਪ੍ਰੋਫਾਈਲ ਕੀ ਹੈ, ਉਹ ਬੱਚੇ ਦੇ +2 ਚੋਂ ਸਕੋਰ ਕੀ ਨੇ, ਉਹ ਬੱਚੇ ਦੇ ਆਈਲੈਟਸ ਸਕੋਰ ਕੀ ਨੇ। ਠੀਕ, ਉਹ ਡਿਪੈਂਡ ਕਰਦਾ ਕਿ ਉਹ ਕੀ, ਮਤਲਬ ਇਹ ਨਹੀਂ ਕਿ ਬੱਚੇ ਦੀ ਪ੍ਰੋਫਾਈਲ ਆਪਣੀ ਆਸਟ੍ਰੇਲੀਆ ਲਈ ਵੀ ਐਲੀਜੀਬਲ ਨਹੀਂ, ਬੱਚਾ ਕਹਿੰਦਾ ਮੈਂ ਕੈਨੇਡਾ ਜਾਣਾ। ਲੇਕਿਨ ਇਹ ਤਾਂ ਬੱਚੇ ਦੀ ਪ੍ਰੋਫਾਈਲ ਤੇ ਡਿਪੈਂਡ ਹੈ ਕਿ ਬੱਚੇ ਦੀ ਪ੍ਰੋਫਾਈਲ ਕੀ ਹੈ। ਸੋ ਲਗਾਤਾਰ ਸਵਾਲਾਂ ਦਾ ਸਿਲਸਿਲਾ ਚੱਲਦਾ ਰਹੇਗਾ ਔਰ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੇ ਸਕਰੀਨ ਦੇ ਉੱਪਰ ਜਿਹੜੇ ਨੰਬਰ ਵੀ ਦਿੱਤੇ ਹੋਏ ਨੇ, ਤੁਸੀਂ ਆਪਣੇ ਸਵਾਲਾਂ ਦੇ ਜਵਾਬ ਜਿਹੜੇ ਸਾਡੇ ਤੋਂ ਲੈ ਸਕਦੇ ਹੋ, ਫੋਨ ਕਰ ਸਕਦੇ ਹੋ। ਇਸ ਵੇਲੇ ਤੁਸੀਂ ਲਿਵਿੰਗ ਇੰਡੀਆ ਤੇ ਅਸੀਂ ਲਾਈਵ ਬੈਠੇ ਹਾਂ, ਗੱਲਬਾਤ ਕਰ ਸਕਦੇ ਹੋ। ਜੋ ਵੀ ਤੁਹਾਨੂੰ ਦਿੱਕਤ ਪਰੇਸ਼ਾਨੀ ਆ, ਤੁਹਾਨੂੰ ਲੱਗਦਾ ਹੈ ਵੀਜ਼ੇ 'ਚ ਕੋਈ ਪ੍ਰੋਬਲਮ ਆਉਂਦੀ ਹੈ, ਤੁਸੀਂ ਲਵਾਉਣਾ ਚਾਹੁੰਦੇ ਹੋ, ਤੁਹਾਡੇ ਕੋਲ ਈਜ਼ੀਲੀ ਤੁਸੀਂ ਸਵਾਲ ਜਿਹੜੇ ਨੇ ਉਹਨਾਂ ਦੇ ਜਵਾਬ ਦੇ ਸਕਦੇ ਹੋ। ਤਾਂ ਸਵਾਲ ਇਸੇ ਤਰ੍ਹਾਂ ਕਿ ਜਿੱਦਾਂ ਹੁਣ ਬੱਚੇ ਨੇ ਆਇਲਸ ਕਰ ਲਈ ਜੀ, ਤਾਂ ਬੈਂਡ ਆਏ ਨੇ 5.5, ਤਾਂ ਕਿੱਥੇ ਹੋ ਸਕਦਾ ਵੀਜ਼ਾ, ਵੀ ਕਿਹੜੀ ਕੰਟਰੀ 'ਚ ਲੱਗ ਸਕਦਾ, ਕਿਸੇ ਬਿਹਾਫ ਤੇ ਬੱਚਾ ਬਾਹਰ ਜਾ ਸਕਦਾ? ਦੇਖੋ, ਮੈਂ ਤਾਂ ਇਹੀ ਕਹੂੰਗਾ ਕਿ ਜਿਹੜੇ ਬੱਚਿਆਂ ਨੇ ਆਈਲੈਟਸ ਰੀਸੈਂਟ ਕਰੀ ਹੈ, ਉਹਨਾਂ ਦੇ +2 ਚੋਂ ਬਹੁਤ ਵਧੀਆ ਸਕੋਰ ਆ ਗਏ ਨੇ ਜੀ। ਠੀਕ ਹੈ ਜੀ, ਉਹਨਾਂ ਦੇ ਬਹੁਤ ਵਧੀਆ ਸਕੋਰ ਆ ਗਏ ਨੇ, ਉਹਨਾਂ ਨੇ ਰੀਸੈਂਟ +2 ਕੀਤੀ ਹੈ ਤੇ ਉਹਨਾਂ ਦੇ ਵਧੀਆ ਸਕੋਰ ਆ ਗਏ ਨੇ, ਉਹਨਾਂ ਦੇ 5.5 ਬੈਂਡ ਆ ਗਏ ਨੇ ਇੱਕ ਵਾਰੀ ਆਈਲੈਟਸ ਕਰਨ 'ਚ। ਪਹਿਲੀ ਗੱਲ ਤਾਂ ਉਹ ਆਈਲੈਟਸ ਰਿਪੀਟ ਕਰ ਲੈਣ ਜੀ। ਠੀਕ ਹੈ ਜੀ, ਜੇ ਉਹ ਫਿਰ ਵੀ ਉਹਨਾਂ ਦੇ ਬੈਂਡ ਨਹੀਂ ਆਉਂਦੇ, ਫਿਰ ਆਪਾਂ ਉਹਨਾਂ ਲਈ ਕੋਈ ਰਸਤਾ ਕੱਢ ਸਕਦੇ ਹਾਂ। ਠੀਕ ਹੈ ਜੀ, ਕਿ ਉਹਨਾਂ ਦੇ ਕਿਹੜੇ ਕਾਰਨ ਕਿਉਂ ਨਹੀਂ ਆਈਲੈਟਸ ਦੇ ਸਕੋਰ ਆ ਰਹੇ, ਕੀ ਕਾਰਨ ਹੈ। ਜਿਹੜਾ ਬੱਚਾ ਹੁਣ CBSE ਬੋਰਡ ਤੋਂ ਪੜ੍ਹ ਗਿਆ, ਉਹਨੇ ਵਧੀਆ ਨੰਬਰ ਲੈ ਕੇ +2 ਪਾਸ ਕਰ ਲਈ ਹੈ ਤੇ ਉਹਦੇ ਫਿਰ ਫਸਟ 5.5 ਬੈਂਡ ਆਏ ਨੇ। ਅਗਰ ਮੈਨੂੰ ਲੱਗਦਾ ਉਹ ਇੱਕ ਵਾਰੀ ਦੁਬਾਰਾ ਰਿਪੀਟ ਕਰੇ ਤਾਂ ਸ਼ਾਇਦ ਉਹਦੇ 6 ਜਾਂ 6.5 ਬੈਂਡ ਵੀ ਆ ਸਕਦੇ ਨੇ। ਜਸਪਾਲ ਜੀ, ਇੱਕ ਸਵਾਲ ਬੜਾ ਅਹਿਮ ਆ ਜਾਂਦਾ ਇੱਥੇ ਪੰਜਾਬ ਦੇ ਵਿੱਚ ਨਾ, ਆਪਾਂ ਆਇਲਸ ਕਰਨੇ ਨੂੰ ਹਊਆ ਮੰਨ ਲੈਂਦੇ ਹਾਂ ਕਿ ਇੰਗਲਿਸ਼ ਹੈ ਜੀ ਬੜੀ ਔਖੀ, ਕਿਉਂਕਿ ਬੱਚੇ ਕਦੇ ਪੰਜਾਬੀ ਮੀਡੀਅਮ ਵਾਲੇ ਵੀ ਹੁੰਦੇ ਨੇ ਤਾਂ ਔਖਾ ਲੱਗਦਾ। ਔਰ ਕੋਸ਼ਿਸ਼ ਇਹ ਹੁੰਦੀ ਹੈ ਕਿ ਜਾਂ ਤਾਂ ਕੋਈ ਕਹਿੰਦਾ ਕਿ ਕੁੜੀ ਆਇਲਸ ਕਰ ਲੈ ਤਾਂ ਅਸੀਂ ਵਿਆਹ ਕੇ ਲੈ ਜਾਾਂਗੇ, ਮਤਲਬ ਪੜ੍ਹਾਈ ਤੋਂ ਤਾਂ ਡਰਦੇ ਆ। ਤਾਂ ਇਹਦੇ ਲਈ ਕਈ ਇਹ ਸੋਚਦੇ ਨੇ ਕਿ ਅਸੀਂ ਬਿਨਾਂ ਆਇਲਸ ਕੀਤੇ ਅਸੀਂ ਬਾਹਰ ਚੱਲ ਰਹੀ, ਇਹਦਾ ਵੀ ਕੋਈ ਸਿਸਟਮ ਹੈ ਆਪਣੇ ਕੋਲੇ ਵੀ ਬਿਨਾਂ ਆਇਲਸ ਤੋਂ ਬੱਚੇ ਭੇਜ ਸਕਦੇ? ਆਈਲੈਟਸ ਦੇਖਿਆ ਜਾਵੇ ਤਾਂ ਕੋਈ ਇੰਨਾ ਵੱਡਾ ਪਾਰਟ ਨਹੀਂ ਹੈ ਕਿ ਬਹੁਤ ਵੱਡਾ ਆਈਲੈਟਸ ਨੂੰ ਜਿਸ ਹਿਸਾਬ ਨਾਲ ਇਹਨਾਂ ਨੇ ਹੂਆ ਬਣਾਇਆ ਹੈ ਕਿ ਆਈਲੈਟਸ ਨਹੀਂ ਕਲੀਅਰ ਕਰ ਸਕਦੇ। ਆਈਲੈਟਸ ਕਰ ਸਕਦੇ ਨੇ। ਆਈਲੈਟਸ ਇੱਕ ਮਾਈਂਡ ਸੈਟ ਹੈ। ਠੀਕ ਹੈ ਜੀ, ਜਿਹੜਾ ਬੱਚਾ CBSE ਬੋਰਡ ਤੋਂ ਪੜ੍ਹਿਆ ਜਾਂ ਪੰਜਾਬ ਬੋਰਡ ਤੋਂ ਪੜ੍ਹਿਆ, ਇਹ ਜ਼ਰੂਰੀ ਨਹੀਂ ਕਿ CBSE ਬੋਰਡ ਵਾਲੇ ਕੈਨੇਡਾ ਅਮਰੀਕਾ ਜਾਂਦੇ ਨੇ ਜਾਂ ਆਪਣੇ ਪੰਜਾਬ ਬੋਰਡ ਵਾਲੇ ਨਹੀਂ ਜਾਂਦੇ। ਮੈਂ ਬਹੁਤ ਸਾਰੇ ਇਦਾਂ ਦੇ ਬੱਚੇ ਦੇਖੇ ਨੇ ਜਿਹੜੇ 12th ਦੇ ਵਿੱਚ ਬਹੁਤ ਵੀਕ ਹੁੰਦੇ ਨੇ, ਲੇਕਿਨ ਸਾਨੂੰ ਆ ਕੇ ਕਈ ਵਾਰੀ ਮਿਲਦੇ ਨੇ ਤਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਹਾਂ, ਪ੍ਰੋਪਰ ਉਹਨਾਂ ਨੂੰ ਸਾਰਾ ਆਪਾਂ ਦੱਸਦੇ ਹਾਂ ਵੀ ਕਿੱਦਾਂ ਅੱਗੇ ਆਈਲੈਟਸ ਕਰੀ ਜਾਵੇ, ਕੀ ਆਪਾਂ ਨਾ ਕਰਿਆ ਜਾਵੇ। ਤੇ ਬਹੁਤ ਇਦਾਂ ਜ਼ਰੂਰੀ ਨਹੀਂ ਹੁੰਦਾ ਕਿ ਇੱਕ 50% ਵਾਲਾ ਬੱਚਾ ਜਾਂ 70% ਵਾਲਾ ਬੱਚਾ ਹੀ 6.5 ਬੈਂਡ ਲਊਗਾ। ਇਹ ਤਾਂ ਇੱਕ ਮਾਈਂਡ ਸੈਟ ਹੈ। ਜੇ ਬੱਚਾ ਕਹਿ ਲੇ ਕਿ ਜੀ ਹਾਂ ਮੈਂ ਆਈਲੈਟਸ ਕਰਨੀ ਆ, ਉਹ ਕਲੀਅਰ ਕਰ ਲੈਂਦਾ, ਕੋਈ ਐਡਾ ਹੋਊਗਾ ਨਹੀਂ ਹੈ। ਪਰ ਇਹ ਮਾਈਂਡ ਸੈਟ ਦੀ ਗੇਮ ਆ, ਮਾਈਂਡ ਸੈਟ ਕਰਨਾ ਜ਼ਰੂਰੀ ਹੈ। ਸੋ ਜਸਪਾਲ ਜੀ, ਸਾਡੇ ਨਾਲ ਕਾਲਰ ਜ਼ਰੂਰ ਜੁੜੇ ਨੇ ਆ ਸਵਾਲਾਂ ਦੇ ਜਵਾਬ ਲੈਣ ਦੇ ਲਈ। ਇਸ ਵਕਤ ਸਾਡੇ ਨਾਲ ਕਾਲਰ ਨੇ, ਕਾਲ ਆਈ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੈਲੋ ਹੈਲੋ, ਸਵਾਗਤ ਹੈ ਜੀ ਤੁਹਾਡਾ, ਕੀ ਸਵਾਲ ਹੈ ਤੁਹਾਡਾ? ਹਾਂਜੀ ਮੈਮ, UK ਬਾਰੇ ਗੱਲ ਕਰਨੀ ਸੀ। UK ਬਾਰੇ ਗੱਲ ਕਰਨੀ ਹੈ, ਹਾਂਜੀ।
ਤੁਸੀਂ ਪਹਿਲਾਂ ਆਪਣੀ Hello? ਆਡੀਓ ਪਲੀਜ਼ ਬੰਦ ਕਰ ਦਿਓ, ਆਡੀਓ ਬੰਦ ਕਰਕੇ ਸਾਡੇ ਨਾਲ ਗੱਲਬਾਤ ਕਰੋ। ਔਰ ਕੀ ਚਾਹੁੰਦੇ ਹੋ ਤੁਸੀਂ, ਯੂਕੇ ਦਾ ਵੀਜ਼ਾ ਲਵਾਉਣਾ ਚਾਹੁੰਦੇ ਹੋ, ਸਟੱਡੀ ਬੇਸ ਲਵਾਉਣਾ ਚਾਹੁੰਦੇ ਹੋ, ਕਿ ਕਿਸ ਹਿਸਾਬ ਦੇ ਨਾਲ ਵੀਜ਼ਾ ਲਵਾਉਣਾ ਚਾਹੁੰਦੇ ਹੋ, ਕੀ ਤੁਹਾਡੀ ਕੁਆਲੀਫਿਕੇਸ਼ਨ ਹੈ? ਮੈਮ ਕੈਨੇਡਾ ਦੇ ਬਾਰੇ ਗੱਲ ਕਰਨਾ ਚਾਹੁੰਦੇ, ਕੈਨੇਡਾ ਦਾ ਸਟੱਡੀ ਵੀਜ਼ਾ ਲਵਾਉਣਾ ਹੈ ਅਸੀਂ। ਅੱਛਾ ਜੀ। ਹਾਂਜੀ ਮੈਮ, ਕੈਨੇਡਾ ਦੇ ਸਟੱਡੀ ਵੀਜ਼ੇ 'ਚ ਹੁਣ ਵਿਨੇ ਹਰੀ ਜੀ ਕਹਿ ਰਹੇ ਨੇ ਕਿ ਕੈਨੇਡਾ ਨੇ ਵੀਜ਼ੇ ਦੇਣੇ ਬੰਦ ਕਰਤੇ। ਮੈਮ ਮੇਰੇ 72% ਮਾਰਕਸ ਨੇ +2 ਦੇ ਵਿੱਚੋਂ ਜੀ। ਤੇ ਮੈਮ 7 ਬੈਂਡ ਮੇਰੇ ਆਈਲਟਸ 'ਚੋਂ ਨੇ ਜੀ। ਓਵਰਆਲ। ਤੁਸੀਂ ਪਹਿਲਾਂ ਹਾਂਜੀ, ਫਾਈਲ ਮੈਂ ਲਾਈ ਮੇਰਾ ਸੀ ਕਿਤੇ, ਫਾਈਲ ਲਾਈ ਸੀ ਕਿ ਤੁਸੀਂ ਪਹਿਲਾਂ? ਨਹੀਂ, ਮੈਂ ਫਾਈਲ ਅਪਲਾਈ ਕਰਨ ਲੱਗਾ ਹੁਣ, ਤੇ ਕਹਿ ਰਹੇ ਨੇ ਕਿ ਫਾਈਲਾਂ ਬੰਦ ਕਰ ਅਸੀਂ ਫਾਈਲ ਨਹੀਂ ਫੜਨੀ। ਮੈਨੂੰ ਸੁਣਨ ਨੂੰ ਮਿਲ ਰਿਹਾ। ਮੈਨੂੰ ਤੁਸੀਂ ਆਪਣਾ ਨਾਮ ਦੱਸੋਗੇ ਜੀ? ਨਾਮ ਕੀ ਹੈ ਤੁਹਾਡਾ? ਮੇਰਾ ਸਰ ਹਰਮਨਪ੍ਰੀਤ ਸਿੰਘ ਹੈ। ਹਰਮਨ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਕਿ ਤੁਹਾਡੇ ਇੰਨੇ ਵਧੀਆ ਬੈਂਡ ਨੇ, ਜਾਂ ਤੁਸੀਂ ਕਿਹਦਾ ਵੀ ਨਾਮ ਲਿਆ, ਮੈਂ ਨਹੀਂ ਨਾਮ ਲੈਣਾ ਚਾਹੂੰਗਾ, ਕਿ ਉਹ ਕਹਿ ਰਹੇ ਨੇ ਕਿ ਜੀ ਫਾਈਲਾਂ ਲੱਗਣੀਆਂ ਬੰਦ ਹੋ ਗਈਆਂ ਜਾਂ ਕੈਨੇਡਾ ਨੇ ਵੀਜ਼ਾ ਲੱਗਣੇ ਬੰਦ ਦੇ ਤੇ ਤੁਸੀਂ ਇੰਨੇ ਵਧੀਆ ਬੈਂਡ ਲਏ ਨੇ, ਤੁਸੀਂ ਆਪ ਕੈਨੇਡਾ ਦੀ ਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਕਿ ਐਮਬੈਸੀ ਵੀਜ਼ਾ ਦੇ ਰਹੀ ਹੈ ਜਾਂ ਨਹੀਂ ਦੇ ਰਹੀ। ਜੇ ਤੁਹਾਡੀ ਇੰਨੀ ਵਧੀਆ ਪ੍ਰੋਫਾਈਲ ਹੈ, ਤਾਂ ਇੰਨਾ ਵਧੀਆ ਤੁਸੀਂ ਆਈਲੈਟਸ ਸਕੋਰ ਲਿਆ ਹੈ, ਤਾਂ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਹੈ। ਤੁਸੀਂ ਆਪਣੀ ਫਾਈਲਿੰਗ ਆਪ ਵੀ ਕਰ ਸਕਦੇ ਹੋ। ਤੁਹਾਨੂੰ ਤਰੀਕਾ ਬਸ ਪਤਾ ਹੋਣਾ ਚਾਹੀਦਾ। ਤੁਸੀਂ ਇੱਕ ਵਾਰੀ ਮੇਰੇ ਆਫਿਸ ਆ ਕੇ ਵਿਜ਼ਿਟ ਕਰੋ, ਕੋਈ ਪ੍ਰੋਬਲਮ ਨਹੀਂ ਹੈ, ਕੈਨੇਡਾ ਵੀਜ਼ੇ ਦੇ ਰਿਹਾ ਹੈ। ਇੱਥੇ ਵਿਜ਼ਿਟ ਕੀਤਾ, ਉਹ ਮੈਨੂੰ ਕਹਿੰਦੇ ਕਿ ਤੁਸੀਂ ਆਸਟ੍ਰੇਲੀਆ ਦੀ ਕੈਨੇਡਾ ਦੀ ਲੱਗਣੀ, ਕੈਨੇਡਾ ਦੇ 27 ਲੱਖ ਵੀਜ਼ੇ ਪਏ ਆ, ਤੇ ਬਹੁਤ ਔਖਾ ਹੈ। ਉਹ ਮੇਰੀ ਗੱਲ ਸੁਣੋ ਜੀ, ਉਹ ਕੀ ਕਹਿੰਦੇ ਨੇ, ਆਪਾਂ ਨੇ ਉਹਨਾਂ ਤੋਂ ਨਹੀਂ ਲੈਣਾ। ਅਗਰ ਤੁਸੀਂ ਕੈਨੇਡਾ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਅਪਾਇੰਟਮੈਂਟਸ ਬੁੱਕ ਕਰੋ, ਸਾਡੇ ਆ ਕੇ ਐਕਸਪਰਟਸ ਨੂੰ ਮਿਲੋ। ਅਗਰ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਆ ਤੇ ਮੈਨੂੰ ਆ ਕੇ ਮਿਲੋ, ਤੁਹਾਨੂੰ ਕੈਨੇਡਾ ਦਾ ਵੀਜ਼ਾ ਲਵਾ ਕੇ ਦੇਵਾਂਗੇ। ਜੀ ਬਿਲਕੁਲ। ਜੇ ਗੱਲ ਕਰ ਲਈਏ ਇਸੇ ਦੇ ਨਾਲ ਰਿਲੇਟਡ ਇੱਕ ਸਵਾਲ ਇਹ ਸਾਹਮਣੇ ਆ ਹਾਂਜੀ। ਜਾਂਦਾ ਜੀ, ਜਿਸ ਹਿਸਾਬ ਨਾਲ ਕਹਿੰਦੇ ਵੀਜ਼ੇ ਰਿਜੈਕਟ ਹੀ ਬਹੁਤ ਹੋ ਰਹੇ ਨੇ। ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ, ਪਹਿਲਾਂ ਹੀ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਜੀ। ਵੀਜ਼ਾ ਤਾਂ ਜੀ ਲੱਗਦਾ ਨਹੀਂ ਹੈ, 7 ਬੈਂਡ ਹੈ ਬੱਚੇ ਦੇ, ਔਰ ਵੀਜ਼ੇ ਰਿਜੈਕਟ ਵੀ ਖਾਸੇ ਹੋ ਰਹੇ ਨੇ। ਰਿਜੈਕਟ ਹੋ ਰਹੇ ਨੇ, ਬਹੁਤ ਸਾਰੀਆਂ ਰਿਫਿਊਜ਼ਲਸ ਆ ਰਹੀਆਂ ਨੇ, ਬਹੁਤ ਸਾਰੇ ਮੇਰੇ ਕੋਲ ਬੱਚੇ ਇਦਾਂ ਦੇ ਵਿਜ਼ਿਟ ਕਰ ਰਹੇ ਨੇ ਜਿਨ੍ਹਾਂ ਦੇ ਬਹੁਤ ਸਾਰੀਆਂ ਰਿਫਿਊਜ਼ਲਾਂ ਨੇ। ਔਰ ਰਿਫਿਊਜ਼ਲਾਂ ਦਾ ਕਾਰਨ ਕੀ ਹੈ ਕਿ ਪ੍ਰੈਜੈਂਟੇਸ਼ਨ ਜਿਹੜੀ ਫਾਈਲ ਦੀ ਐਮਬੈਸੀ ਨੂੰ ਦੇਣੀ ਹੁੰਦੀ ਹੈ ਉਹ ਪ੍ਰੋਪਰ ਨਹੀਂ ਦੇਈ ਜਾ ਰਹੀ। ਕੀ ਕਰਦੇ ਨੇ, ਮੈਂ ਬਹੁਤ ਸਾਰੇ ਬੱਚਿਆਂ ਦੇ ਐਸਓਪੀ ਜਿਹੜੀ ਸਟੇਟਮੈਂਟ ਆਫ ਪਰਪਸ ਆ, ਮੈਂ ਬੱਚਿਆਂ ਦੀ ਪੜ੍ਹਦਾ, ਕਈ ਵਾਰੀ ਮੇਰੇ ਕੋਲ ਲੈ ਕੇ ਆਉਂਦੇ ਨੇ। ਉਹ ਕੀ ਕਰਦੇ ਨੇ, ਮੰਨ ਲਓ ਕਿਸੇ ਇਮੀਗ੍ਰੇਸ਼ਨ ਦੇ ਕੋਲੇ 100 ਫਾਈਲ ਜਾਂ 50 ਫਾਈਲ ਆ, ਉਹ ਉਸੇ ਨੂੰ ਐਡਿਟ ਕਰ ਕਰਕੇ ਸਾਰੇ ਬੱਚਿਆਂ ਲਈ ਸੇਮ ਚੇਪੀ ਜਾਂਦੇ ਨੇ ਜੀ। ਫਿਰ ਉੱਥੇ ਤਾਂ ਰਿਫਿਊਜ਼ਲ ਆਉਣੀ ਆ, ਐਮਬੈਸੀ ਬੈਠੀ ਆ, ਐਮਬੈਸਰ ਜਿਹੜੇ ਨੇ ਵੀਜ਼ਾ ਗ੍ਰਾਂਟ ਕਰਨਾ ਉਹਨੇ 100 ਵਾਰ ਸੋਚਣਾ ਹੈ ਕਿ ਇਹ 50 ਬੱਚੇ ਨੇ, 50 ਬੱਚਿਆਂ ਦਾ ਜਿਹੜੀ ਇੱਕ ਲਿਖਣ ਦਾ ਤਰੀਕਾ ਹੈ, ਐਸਓਪੀ ਨੂੰ, ਸਟੇਟਮੈਂਟ ਆਫ ਪਰਪਸ ਨੂੰ, ਪ੍ਰੈਜੈਂਟੇਸ਼ਨ ਦੇਣ ਦਾ ਕੰਪਨੀ ਦੇ ਵਿੱਚ ਮਤਲਬ ਹੈ, ਉਹ ਤਾਂ ਸਾਰੀ ਸੇਮ ਹੀ ਹੋਈ ਜਾਂਦੀ ਹੈ। ਇਸ ਕਰਕੇ ਰਿਫਿਊਜ਼ਲਸ ਆ ਰਹੀਆਂ ਨੇ। ਰਿਫਿਊਜ਼ਲ ਹਰ ਇਮੀਗ੍ਰੇਸ਼ਨ 'ਚ ਆਉਂਦੀਆਂ ਨੇ, ਰਿਫਿਊਜ਼ਲਸ ਹਰ ਆਫਿਸ 'ਚ ਆਉਂਦੀਆਂ ਨੇ, ਬਟ ਕਿਉਂ ਉਹ ਆਉਂਦੀਆਂ ਕਿਉਂ ਨੇ? ਆਉਣ ਦਾ ਕਾਰਨ ਇੱਕੋ ਹੀ ਚੀਜ਼ ਹੈ ਕਿ ਫਾਈਲ ਨੂੰ ਅਸੀਂ ਵਧੀਆ ਪ੍ਰੈਜੈਂਟ ਨਹੀਂ ਕਰ ਪਾ ਰਹੇ। ਅਸੀਂ ਬੱਚੇ ਦੇ ਭਵਿੱਖਾਂ ਨਾਲ ਖੇਲੀ ਜਾ ਰਹੇ ਹਾਂ। ਸਿਰਫ ਇੱਕ 10-20 ਹਜ਼ਾਰ ਦੇ ਚੱਕਰ ਦੇ ਵਿੱਚ ਅਸੀਂ ਫਾਈਲ ਲਾਂਚ ਕਰ ਦਿੰਦੇ ਹਾਂ ਜੀ, ਬਸ ਉੱਥੇ ਫਿਰ ਰਿਫਿਊਜ਼ਲ ਆ ਜਾਂਦੀ ਹੈ। ਸੋ ਅੱਗੇ ਜੇ ਗੱਲ ਕਰਦੇ ਹਾਂ, ਕਈ ਰਿਫਿਊਜ਼ਲ ਇਸ ਤਰ੍ਹਾਂ ਦੀਆਂ ਵੀ ਆ ਜਾਂਦੀਆਂ ਨੇ ਕਿ ਪੈਸਾ ਤੁਹਾਡੇ ਤੋਂ ਪਹਿਲਾਂ ਲੈ ਲੈਂਦੇ ਨੇ, ਕਹਿੰਦੇ ਨੇ ਕਿ ਅਸੀਂ ਗਰੰਟੀ ਨਾਲ ਤੁਹਾਡਾ ਵੀਜ਼ਾ ਲਵਾਵਾਂਗੇ, ਤੁਸੀਂ ਪੈਸਾ ਜਮ੍ਹਾਂ ਕਰਾ ਦਿਓ। ਫਿਰ ਉਸ ਤੋਂ ਬਾਅਦ ਬੱਚਾ ਸੋਚਦਾ ਕਿ ਮੈਂ ਬਾਹਰ ਜਾਣਾ, ਉਹਨੇ ਤਾਂ ਬੈਗ ਪੈਕ ਕਰਕੇ ਰੱਖਿਆ ਹੁੰਦਾ ਵੀ ਅਸੀਂ ਬਾਹਰ ਜਾਣਾ, ਪੂਰੀਆਂ ਤਿਆਰੀਆਂ ਹੋ ਜਾਂਦੇ, ਬਾਅਦ ਚੋਂ ਪਤਾ ਲੱਗਦਾ ਕਿ ਵੀਜ਼ਾ ਲੱਗਦਾ ਨਹੀਂ ਹੈ ਤੇ ਪੈਸੇ ਨੱਪੇ ਜਾਂਦੇ ਆ। ਇਹ ਬਹੁਤ ਸਾਰੇ ਬੱਚਿਆਂ ਦੀ ਇਦਾਂ ਦੀ ਕੁਆਰੀ ਹੈ ਕਿ ਪੈਸੇ ਪਹਿਲਾਂ ਲਏ ਜਾਂਦੇ ਨੇ, ਜਾਂ ਕੋਈ ਵੀ ਬਹੁਤ ਸਾਰੇ ਇਦਾਂ ਦੇ ਬੱਚੇ ਵਿਜ਼ਿਟ ਕਰਦੇ ਨੇ ਜੀ, ਸਾਨੂੰ ਉੱਥੋਂ ਕਾਲ ਗਈ ਹੈ ਜੀ, ਉਹ ਕਹਿੰਦੇ ਨੇ ਲੱਖ ਰੁਪਏ ਪਹਿਲਾਂ ਲੱਗੂਗਾ, 2 ਲੱਖ ਰੁਪਏ ਪਹਿਲਾਂ ਲੱਗੂਗਾ। ਦੇਖੋ, ਹਰ ਕਿਸੇ ਦਾ ਇੱਕ ਬਿਜ਼ਨਸ ਹੈ, ਠੀਕ ਹੈ ਜੀ। ਮੈਂ ਨਹੀਂ ਕਹਿੰਦਾ ਕਿ ਮੈਂ ਬਾਅਦ ਚ ਪੈਸੇ ਲਵਾਂਗਾ, ਠੀਕ ਹੈ। ਮੈਂ ਵਰਕ ਕਰ ਰਿਹਾ, ਮੈਂ ਕੰਮ ਕਰ ਰਿਹਾ, ਕਰੋੜਾਂ ਰੁਪਈਆ ਆਪਾਂ ਕੰਪਨੀਆਂ ਤੇ ਲਾਉਨੇ ਆ, ਸਾਰੇ ਪੈਸੇ ਪਹਿਲਾਂ ਹੀ ਲੈਂਦੇ ਨੇ। ਕੋਈ ਏਡੀ ਗੱਲ ਨਹੀਂ ਹੈ ਕਿ ਜਾਂ ਪੈਸੇ ਬਾਅਦ ਚ। ਬਟ ਹਾਂ, ਜੇ ਤੁਹਾਡੇ ਕੋਲ ਕੋਈ ਬੱਚਾ ਚੱਲ ਕੇ ਆ ਰਿਹਾ ਹੈ ਤਾਂ ਉਹਨੂੰ ਸੈਟੀਸਫਾਈਡ ਕਰਨਾ ਤੁਹਾਡਾ ਫਰਜ਼ ਹੈ, ਉਹਦੀ ਫਾਈਲ ਤੇ ਵਰਕ ਕਰਨਾ ਫਰਜ਼ ਹੈ। ਵੀਜ਼ਾ ਐਮਬੈਸੀ ਦੇਵੇ ਨਾ ਦੇਵੇ, ਉਹ ਐਮਬੈਸੀ ਦੇ ਹੱਥ 'ਚ ਹੈ, ਠੀਕ ਹੈ। ਪਰ ਹਾਂ, ਆਪਾਂ ਬੱਚੇ ਲਈ ਪ੍ਰੈਜੈਂਟੇਸ਼ਨ ਤਾਂ ਵਧੀਆ ਦੇ ਸਕਦੇ ਹਾਂ। ਅਗਰ ਉਹਦੀ ਫਾਈਲ ਦੇ ਵਿੱਚ ਕੋਈ ਐਦਾਂ ਦਾ ਡਾਕੂਮੈਂਟੇਸ਼ਨ ਹੈ ਕਿ ਜੋ ਫਾਈਲ ਨੂੰ ਕਮਜ਼ੋਰ ਕਰ ਰਿਹਾ, ਆਪਾਂ ਇੱਕ ਡਾਕੂਮੈਂਟੇਸ਼ਨ ਐਡ ਕਰਕੇ ਵੀਜ਼ਾ ਲੈ ਸਕਦੇ ਹਾਂ, ਤਾਂ ਆਪਾਂ ਉਹ ਐਡ ਕਰ ਸਕਦੇ ਹਾਂ। ਮੇਰੀ ਕੰਪਨੀ ਦਾ ਕੀ ਹੈ, ਜੇ ਤੁਸੀਂ ਮੇਰੀ ਕੰਪਨੀ ਦੇ ਵਿੱਚ ਆ ਕੇ ਵਿਜ਼ਿਟ ਕਰੋਗੇ, ਸਾਡੇ ਤੁਸੀਂ ਰਿਪਰੈਜ਼ੈਂਟੇਟਿਵਸ ਨੂੰ ਜਾਂ ਤੁਸੀਂ ਸਾਡੇ ਐਕਸਪਰਟਸ ਨੂੰ, ਸਾਡੇ ਕਾਉਂਸਲਰਸ ਨੂੰ ਆ ਕੇ ਤੁਸੀਂ ਮਿਲੋਗੇ, ਤੁਹਾਨੂੰ ਉਦੋਂ ਹੀ ਪਤਾ ਲੱਗ ਜੂਗੀ, ਪ੍ਰੋਪਰ ਤੁਹਾਨੂੰ ਗਾਈਡ ਕਰਨਗੇ। ਅਗਰ ਤੁਹਾਡੇ ਵੀਜ਼ੇ ਦੇ 99% ਚਾਂਸ ਜਾਂ 85% ਚਾਂਸ ਹੋਣਗੇ, ਅਸੀਂ ਫਾਈਲ ਫੜਾਂਗੇ। ਅਗਰ ਤੁਹਾਡੇ 50% ਨੇ ਜਾਂ 40% ਨੇ, ਅਸੀਂ ਮਨਾ ਕਰ ਦਿੰਦੇ ਹਾਂ ਜੀ। ਸੋ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ, ਸੋ ਸਵਾਗਤ ਹੈ ਜੀ। ਕੌਣ ਗੱਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਮੈਡਮ ਜੀ, ਜਸਵਿੰਦਰ ਸਿੰਘ ਮਾਨ ਬੋਲਦਾ ਜੀ, ਰਾਮਪੁਰਾ ਫੂਲ ਤੋਂ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਂ ਸਕੂਲਿੰਗ ਵੀਜ਼ੇ ਬਾਰੇ ਪਤਾ ਕਰਨਾ ਸੀ, ਕੈਨੇਡਾ ਦੇ ਸਕੂਲਿੰਗ ਵੀਜ਼ੇ ਬਾਰੇ ਸਰ ਪਤਾ ਕਰਨਾ ਚਾਹੁੰਦੇ ਨੇ। ਐਕਚੁਅਲੀ ਸਕੂਲਿੰਗ ਵੀਜ਼ਾ ਜੀ ਬਹੁਤ ਟਾਈਮ ਪਹਿਲਾਂ ਬੰਦ ਹੀ ਹੈ, ਇੱਕ ਤਰ੍ਹਾਂ ਦਾ। ਆਪਾਂ ਫਾਈਲ ਲਾ ਸਕਦੇ ਹਾਂ,
ਪਰ ਕੋਈ ਆਪਾਂ ਸ਼ੋਰਟੀ ਨਹੀਂ ਕਹਿ ਸਕਦੇ ਜੀ ਆਪਣੀ ਸ਼ੋਰਟੀ ਹੈ ਜਾਂ ਵੀਜ਼ਾ ਆ ਜਾਊਗਾ ਜਾਂ ਆਪਾਂ ਕੋਈ ਪ੍ਰੋਮਿਸ ਨਹੀਂ ਕਰ ਸਕਦੇ। ਸਕੂਲਿੰਗ ਵੀਜ਼ੇ ਪਹਿਲਾਂ ਵੀ ਨਹੀਂ ਉਹਨਾਂ ਨੇ ਦਿੱਤੇ ਸੀ, ਬਹੁਤ ਘੱਟ ਦਿੱਤੇ ਸੀ, ਕਿਸੇ ਦੀ ਪ੍ਰੋਫਾਈਲ ਹੀ ਬਹੁਤ ਅਰਬਾਂ ਖਰਬਾਂ 'ਚ ਸੀਗੀ, ਉਹਨਾਂ ਨੂੰ ਵੀਜ਼ੇ ਦਿੱਤੇ ਸੀ, ਪਰ ਕੋਈ ਸਕੂਲਿੰਗ ਵੀਜ਼ਾ ਨਹੀਂ ਹੈਗਾ ਜੀ। ਸਕੂਲਿੰਗ ਵੀਜ਼ਾ ਨਾਮ ਦਾ ਹੀ ਹੈ ਬਸ, ਇੱਕ ਉਹ ਕੋਈ ਉਹ ਆ ਬਸ ਜਿਹਦੀ ਕਿਸਮਤ ਲੱਕੀ ਹੋਵੇ ਕਿ 100 ਫਾਈਲਾਂ ਲਾਈਆਂ ਉਹਦੇ 'ਚੋਂ ਇੱਕ ਨੂੰ ਮਿਲ ਜੇ, ਉਹ ਵੀ 5-7 ਸਾਲਾਂ ਬਾਅਦ। ਕੋਈ ਸਕੂਲਿੰਗ ਵੀਜ਼ਾ ਇਦਾਂ ਦਾ ਕੋਈ ਵੀਜ਼ਾ ਨਹੀਂ ਜੀ। ਹਾਂ, ਉਹ ਫਿਲਹਾਲ ਕੋਈ ਇਦਾਂ ਦਾ ਪ੍ਰੋਸੈਸ ਨਹੀਂ ਹੈਗਾ ਸਕੂਲਿੰਗ ਵੀਜ਼ੇ ਵਾਲਾ। ਸੋ ਸਕਾਈ ਹਾਈ ਅਬਰੋਡ ਕੰਸਲਟਡ ਇਹੋ ਜੀ ਕੀ ਸੁਵਿਧਾ ਮੁਹੱਈਆ ਸਾਨੂੰ ਕਰਾਉਂਦਾ, ਵੀ ਤੁਸੀਂ ਕੀ ਇਹੋ ਜੀ ਚੀਜ਼ ਮੁਹੱਈਆ ਕਰਾਉਣੀ ਜਿਹੜੀ ਬਾਕੀਆਂ ਤੋਂ ਅਲੱਗ ਹੈ ਔਰ ਲੋਕ ਜਿਹੜੇ ਤੁਹਾਡੇ ਕੋਲ ਵੀਜ਼ਾ ਲਵਾਉਣ ਦੇ ਲਈ ਆਉਣ? ਦੇਖੋ, ਸਭ ਤੋਂ ਪਹਿਲਾਂ ਤਾਂ ਹੁੰਦੀ ਹੈ ਜੀ ਕਲਾਇੰਟ ਨਾਲ ਡੀਲਿੰਗ ਵਧੀਆ ਜੀ, ਠੀਕ ਹੈ ਜੀ। ਜੇ ਆਪਾਂ ਡੀਲਿੰਗ ਵਧੀਆ ਕਰਦੇ ਆ, ਕਲਾਇੰਟ ਨੂੰ ਆਪਾਂ ਸੈਟੀਸਫਾਈਡ ਕਰਦੇ ਆ, ਸਾਰਾ ਕੰਮ ਹੀ ਉਸ ਤੋਂ ਬਾਅਦ ਸਟਾਰਟ ਹੁੰਦਾ ਜੀ। ਇੱਕ ਕਲਾਇੰਟ ਵਿਜ਼ਿਟ ਕਰਦਾ ਇੱਕ ਆਫਿਸ 'ਚ ਹੋਪ ਲੈ ਕੇ ਆਉਂਦਾ ਕਿ ਹਾਂਜੀ ਅਸੀਂ ਚੱਲੇ ਆ ਇੱਕ ਦਫ਼ਤਰ, ਉੱਥੇ ਸਾਡਾ ਉਹ ਵੀਜ਼ਾ ਲਵਾ ਕੇ ਦੇਣਗੇ। ਬਿਲਕੁਲ ਜੀ। ਅਗਰ ਉਹਨੂੰ ਆਪਾਂ ਮਿਸਗਾਈਡ ਕਰ ਦਈਏ ਜਾਂ ਉਹਨੂੰ ਆਪਾਂ ਕੋਈ ਇਦਾਂ ਦੇ ਸੁਪਨੇ ਦਿਖਾ ਦਈਏ, ਜਾਂ ਭਾਈ ਤੂੰ ਤਾਂ ਸਮਾਨ ਪੈਕ ਕਰ ਲਾ ਤੇਰਾ ਤਾਂ ਵੀਜ਼ਾ ਆ ਗਿਆ। ਸਕਾਈ ਹਾਈ ਦਾ ਕੀ ਹੈ ਕਿ ਸਕਾਈ ਹਾਈ ਤੁਹਾਨੂੰ ਸਾਫ਼ ਦੱਸ ਦੂਗਾ, ਵੀਜ਼ਾ ਆਉਣਾ ਹੋਇਆ ਤਾਂ ਦੱਸ ਦੂਗਾ, ਨਹੀਂ ਆਉਣਾ ਹੋ ਤਾਂ ਦੱਸ ਦੂਗਾ ਜੀ, ਠੀਕ ਹੈ ਜੀ। ਸਕਾਈ ਹਾਈ ਜੇ ਤੁਸੀਂ ਇੱਕ ਵਾਰੀ ਵਿਜ਼ਿਟ ਕਰੋਗੇ ਤੇ ਤੁਹਾਨੂੰ ਆਪਣੇ ਆਪ ਆ ਕੇ ਪਤਾ ਲੱਗ ਜੂਗਾ ਕਿ ਹਾਂ ਬਾਕੀ ਇਹ ਕੰਪਨੀ ਵੀਜ਼ਾ ਲਈ ਕੰਮ ਕਰਦੀ ਹੈ, ਇਹਨਾਂ ਨੂੰ 5-10 ਹਜ਼ਾਰ ਲਈ ਕੋਈ ਉਹ ਨਹੀਂ ਹੈਗਾ ਕਿ ਹਾਂਜੀ ਕਿ ਅਸੀਂ ਪੈਸੇ ਲੈ ਲਏ 5-10 ਹਜ਼ਾਰ ਫਾਈਲ ਚਾਰਜ ਲੈ ਲਈ ਆ, ਠੀਕ ਹੈ ਉਹ ਫਾਈਲ ਆਪਾਂ ਲਾਤੀ ਹੈ, ਵੀਜ਼ਾ ਆਇਆ ਜਾਂ ਨਾ ਆਇਆ। ਤੁਹਾਨੂੰ ਪ੍ਰੋਪਰ ਸੈਟੀਸਫਾਈਡ ਕਰਿਆ ਜਾਊਗਾ, ਤੁਸੀਂ ਪ੍ਰੋਪਰ ਤੁਹਾਡੀ ਫਾਈਲ ਪ੍ਰੈਜੈਂਟੇਸ਼ਨ, ਤੁਹਾਨੂੰ ਬਹੁਤ ਵਧੀਆ ਡਾਕੂਮੈਂਟੇਸ਼ਨ, ਬਹੁਤ ਵਧੀਆ ਇੱਕ ਤਿਆਰੀ ਦੇ ਨਾਲ ਤੁਹਾਡੀ ਫਾਈਲ ਐਮਬੈਸੀ 'ਚ ਲਾਂਚ ਕੀਤੀ ਜਾਊਗੀ। ਤੁਹਾਡੇ ਜੇ ਵੀ ਕੋਈ ਡਾਕੂਮੈਂਟੇਸ਼ਨ ਦੇ ਵਿੱਚ ਇਦਾਂ ਦੀ ਪ੍ਰੋਬਲਮ ਆ ਰਹੀ ਹੈ, ਤੁਹਾਨੂੰ ਪਹਿਲਾਂ ਗਾਈਡ ਕੀਤਾ ਜਾਊਗਾ, ਠੀਕ ਹੈ ਜੀ। ਅਗਰ ਕੋਈ ਡਾਕੂਮੈਂਟੇਸ਼ਨ 'ਚ ਕਮੀ ਹੈ, ਕੋਈ ਘੱਟ ਡਾਕੂਮੈਂਟੇਸ਼ਨ ਆ, ਉਹ ਤੁਹਾਨੂੰ ਅਸੀਂ ਆਪ ਖੁਦ ਪ੍ਰੋਵਾਈਡ ਕਰਾਵਾਂਗੇ। ਸਾਰਾ ਕੁਝ ਮਤਲਬ ਪ੍ਰੋਪਰ ਤੁਹਾਨੂੰ ਸੈਟੀਸਫਾਈਡ ਕਰਿਆ ਜਾਊਗਾ। ਅਗਰ ਉਸ ਤੋਂ ਬਾਅਦ ਵੀ ਐਮਬੈਸੀ ਵੀਜ਼ਾ ਨਹੀਂ ਦਿੰਦੀ ਤਾਂ 1% ਲੱਕ ਵੀ ਕੰਮ ਕਰ ਜਾਂਦਾ ਜੀ। ਬਿਲਕੁਲ, ਕਾਲਰ ਸਾਡੇ ਨਾਲ ਜੁੜ ਚੁੱਕੇ, ਸਵਾਗਤ ਹੈ ਜੀ ਤੁਹਾਡਾ। ਕੌਣ ਗੱਲ ਕਰ ਰਹੇ ਹੋ? ਹੈਲੋ, ਹੋ ਸਕਦਾ ਕਈ ਵਾਰ ਰੇਂਜ ਪ੍ਰੋਬਲਮ, ਤਕਨੀਕੀ ਸਮੱਸਿਆ ਕਰਕੇ ਕਾਲ ਕੱਟ ਜਾਂਦੀ ਹੈ, ਤਾਂ ਉੱਥੇ ਜੇ ਗੱਲ ਕਰ ਲਈਏ, ਤੁਸੀਂ ਵੀਜ਼ੇ ਦੀ ਗੱਲ ਕੀਤੀ, ਤਾਂ ਕਈ ਇਸ ਤਰ੍ਹਾਂ ਦੀਆਂ ਕੰਪਨੀਆਂ ਹੁੰਦੀਆਂ ਨੇ ਜਿਹੜੀਆਂ ਕਹਿ ਦਿੰਦੀਆਂ ਕਿ ਅਸੀਂ ਬੱਚੇ ਨੂੰ ਬਾਹਰ ਲੈ ਕੇ ਜਾਂ ਬਕਾਇਦਾ ਇਸ ਦੀ ਅਸੀਂ ਜੌਬਸ ਵੀ ਤੁਹਾਨੂੰ ਪ੍ਰੋਵਾਈਡ ਕਰਾਂਗੇ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਕਈ ਬੱਚੇ ਰੋਲਦੇ ਦੇਖੇ ਜਾਂਦੇ ਨੇ ਉੱਥੇ। ਦੇਖੋ ਜੀ, ਜੌਬਸ ਦੀ ਜਿੱਥੇ ਗੱਲ ਆ ਜੇ, ਮੈਨੂੰ ਲੱਗਦਾ ਨਹੀਂ ਅੱਜ ਕੱਲ ਜਿਹੜਾ ਵੀ ਸਟੂਡੈਂਟ ਵੀਜ਼ੇ ਤੇ ਬੰਦਾ ਜਾਂਦਾ ਹੈਗਾ ਉਹਦੇ ਪਹਿਲਾਂ 5-4 ਫਰੈਂਡਸ ਹੁੰਦੇ ਨੇ। ਹਾਂਜੀ, ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਜੌਬਸ ਨੇਗੀਆਂ। ਅਗਰ ਕੋਈ ਬੰਦਾ ਇਦਾਂ ਦਾ ਹੈਗਾ ਕਿ ਕੈਨੇਡਾ ਦੇ ਵਿੱਚ ਉਹਦਾ ਕੋਈ ਕਲੀਕ ਜਾਂ ਕੋਈ ਵੀ ਬੰਦਾ ਨਹੀਂ ਆ ਜੀ, ਅਗਰ ਉਹਨੂੰ ਜੌਬ ਚਾਹੀਦੀ ਆ, ਅਗਰ ਮੇਰੀ ਕੰਪਨੀ ਥਰੂ ਜਾਂ ਸਾਡੀ ਕੰਪਨੀ ਥਰੂ ਵੀਜ਼ਾ ਲੱਗੂਗਾ ਤੇ ਅਸੀਂ ਉਹਨੂੰ ਜੌਬ ਵੀ ਪ੍ਰੋਵਾਈਡ ਕਰਾਵਾਂਗੇ ਜੀ ਜੀ। ਸੋ ਉੱਥੇ ਜੇ ਗੱਲ ਕਰ ਲਈਏ ਤਾਂ ਇਹੀ ਗੱਲਾਂ ਹੁੰਦੀਆਂ ਕਿ ਸਾਨੂੰ ਸਹੀ ਕੰਸਲਟੈਂਟ ਮਿਲ ਜੇ, ਅਸੀਂ ਸਹੀ ਤਰੀਕੇ ਨਾਲ ਵੀਜ਼ਾ ਲਵਾ ਲਈਏ। ਇਸ ਲਈ ਅਸੀਂ ਤੁਹਾਡੇ ਕੋਲ ਸ਼ੋਅ ਲੈ ਕੇ ਆਉਂਦੇ ਆ ਵੀ ਤੁਸੀਂ ਕਿਸੇ ਗਲਤ ਪਾਸੇ ਨਾ ਜਾਓ। ਔਰ ਜਿਸ ਤਰ੍ਹਾਂ ਜਸਪਾਲ ਜੀ ਤੁਸੀਂ ਗੱਲਬਾਤ ਕੀਤੀ ਹੈ ਕਿ ਆਪਣੇ 100% ਵੀਜ਼ਾ ਸਹੀ ਹੁੰਦੇ ਨੇ, ਇਹਨਾਂ ਦੇ ਰਿਜ਼ਲਟ ਵੀ ਬਹੁਤ ਅੱਛੇ ਆਏ ਨੇ, ਕਾਫੀ ਸਮੇਂ ਤੋਂ ਇਹਨਾਂ ਦਾ ਕੰਮ ਚੱਲ ਰਿਹਾ ਹੈ। ਤਾਂ ਜੇ ਉੱਥੇ ਗੱਲ ਕਰ ਲਈਏ, ਕਈ ਇਸ ਤਰ੍ਹਾਂ ਵੀ ਹੁੰਦੇ ਨੇ ਕਿ ਬੱਚੇ ਬਜਟ ਨਹੀਂ ਹੁੰਦਾ ਜੀ, ਪੈਸੇ ਨਹੀਂ ਹੁੰਦੇ, ਕਈ ਤੇ ਹੁੰਦਾ ਵੀ ਚਲੋ ਵਿਆਹ ਕਰ ਲੈਂਦੇ ਨੇ, ਚਲੋ ਮੁੰਡੇ ਵਾਲਾ ਪੈਸੇ ਲਾ ਕੇ ਵੀ ਚਲੋ ਚਲੇ ਜਾਂਦੇ ਨੇ, ਉਹ ਵੀ ਕਈ ਕੇਸ ਧੋਖੇ ਵਾਲੇ ਨਿਕਲੇ ਆਉਂਦੇ ਨੇ। ਪਰ ਉੱਥੇ ਜੇ ਬੱਚੇ ਨੇ ਆਪਣੇ ਬਿਹਾਫ ਤੇ ਜਾਣਾ ਹੋਵੇ, ਘੱਟ ਤੋਂ ਘੱਟ ਕਿਹੜੇ ਪ੍ਰਾਈਸ ਦੇ ਵਿੱਚ ਤੁਹਾਡੇ ਕੋਲ ਵੀਜ਼ਾ ਅਵੇਲੇਬਲ ਹੈਗਾ? ਦੇਖੋ, ਅਗਰ ਕੋਈ ਬੱਚਾ ਪੈਸੇ ਘੱਟ ਲਾ ਸਕਦਾ ਹੈ ਜੀ, ਕੋਈ ਮੰਨ ਲਓ ਕੋਈ ਵੀ ਉਹਦੇ ਘਰੇ ਕੋਈ ਫੈਮਿਲੀ ਪ੍ਰੋਬਲਮ ਹੈ, ਪੈਸੇ ਨਹੀਂ ਹੈਗੇ, ਤਾਂ ਉਹ ਬੰਦਾ ਜੌਬ ਕਰ ਰਿਹਾ ਇੱਥੇ ਬੈਸਟ। ਅਗਰ ਕੋਈ ਬੰਦੀਆ ਬੱਚਾ ਜੌਬ ਕਰ ਰਿਹਾ, ਉਹਦੀ 15-20 ਹਜ਼ਾਰ ਸੈਲਰੀ ਹੈਗੀ ਆ, ITR ਉਹ ਪ੍ਰੋਪਰ ਭਰ ਰਿਹਾ, ਅਗਰ ਉਹ ਨਹੀਂ ਵੀ ਭਰ ਰਿਹਾ ਆਫਿਸ ਵਿਜ਼ਿਟ ਕਰਾ ਦਿਓ, ਅਸੀਂ ਉਹਨਾਂ ਦੀਆਂ ITR ਭਰਾ ਦਾਂਗੇ। ਬਹੁਤ ਸਾਰੀਆਂ ਕੰਟਰੀਆਂ ਨੇਗੀਆਂ ਜਿਹੜੀਆਂ ਵੀਜ਼ੇ ਦੇ ਰਹੀਆਂ ਨੇਗੀਆਂ, ਠੀਕ ਹੈ। ਜਿਵੇਂ ਆਸਟ੍ਰੇਲੀਆ ਦੀ ਆਪਾਂ ਗੱਲ ਕਰੀਏ ਜੀ, ਆਸਟ੍ਰੇਲੀਆ ਇਸ ਟਾਈਮ ਬਹੁਤ ਹੀ ਸਕਸੈਸ ਰੇਟ ਹੈ। ਅਗਰ ਬੱਚਾ ਕੰਮ ਕਰ ਰਿਹਾ, ਉਹਨਾਂ ਨੇ ਵਰਕਿੰਗ ਦੇਖਣਾ ਕਿ ਬੱਚਾ ਕੰਮ ਕਰ ਰਿਹਾ, ITR ਮੇਨ ITR ਹੈ, ਬੱਚਾ ITR ਭਰ ਰਿਹਾ ਹੋਵੇ, 20 ਸਾਲ ਤੋਂ ਪਲੱਸ ਹੋਵੇ। ਅਗਰ ਉਹ ITR ਨਹੀਂ ਭਰ ਰਿਹਾ ਤਾਂ ਸਾਡੇ ਕੋਲ ਆਓਗੇ, ਅਸੀਂ ਖੁਦ ਉਹਨਾਂ ਦੀ ITR ਭਰਾਵਾਂਗੇ ਤੇ ਆਸਟ੍ਰੇਲੀਆ ਵੀਜ਼ੇ ਦੇ ਰਿਹਾ, ਠੀਕ ਹੈ ਜੀ। ਤਾਂ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ, ਯੂਰਪ ਦੀ ਤੁਸੀਂ ਕਿਸੇ ਵੀ ਕੰਟਰੀ ਜਾ ਸਕਦੇ ਹੋ। ਯੂਰਪ ਹੁਣ ਥੋੜੀ ਦੇਰ ਤੱਕ ਕਿਸੇ ਪ੍ਰੋਬਲਮ ਦੇ ਕਾਰਨ ਬੰਦ ਸੀਗਾ, ਹੁਣ ਯੂਰਪ ਖੁੱਲ ਰਿਹਾ, ਅਗਲੇ ਵੀਕ ਉਹਨੇ ਵੀ ਵੀਜ਼ੇ ਦੇਣੇ ਸ਼ੁਰੂ ਕਰ ਦਿੰਦੇ ਨੇ। ਅਗਰ ਕਈ ਵਾਰੀ ਆਪਸ਼ਨ ਆ ਜਾਂਦੀ ਹੈ, ਕਈ ਵਾਰੀ ਬੱਚੇ ਕਹਿੰਦੇ ਨੇ ਜੀ ਅਸੀਂ ਪਹਿਲਾਂ ਪੈਸੇ ਨਹੀਂ ਦੇਣੇ, ਅਸੀਂ ਬਾਅਦ ਚ ਦੇਣੇ ਨੇ। ਅਗਰ ਤੁਸੀਂ ਚਾਹੁੰਦੇ ਹੋ ਕਿ ਪਹਿਲਾਂ ਅਸੀਂ ਫੀਸ ਨਾ ਪੇ ਕਰੀਏ ਜਾਂ ਅਸੀਂ ਕੁਛ ਨਾ ਪੇ ਕਰੀਏ, ਤਾਂ ਤੁਸੀਂ US ਜਾ ਸਕਦੇ ਹੋ। ਸਾਰੀ ਫੀਸ ਤੁਹਾਡੀ ਆਫਟਰ ਵੀਜ਼ਾ ਕਾਲਜ 'ਚ ਜਾਂਦੀ ਹੈ। ਇੰਟਰਵਿਊ ਦੀ ਪ੍ਰੈਪਰੇਸ਼ਨ ਅਸੀਂ ਖੁਦ ਕਰਾਉਂਦੇ ਆ, ਵੀਜ਼ੇ ਦਾ ਸਕਸੈਸ ਰੇਟ ਵੀ ਬਹੁਤ ਆ, ਤੁਹਾਡਾ ਵੀਜ਼ਾ ਵੀ ਆਊਗਾ ਜੀ। ਸੋ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ, ਇੱਕ ਵਾਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੈਲੋ, ਸਵਾਗਤ ਹੈ ਜੀ ਤੁਹਾਡਾ ਲਿਵਿੰਗ ਇੰਡੀਆ ਤੇ। ਹੈਲੋ, ਹਾਂਜੀ ਮੈਮ। ਹਾਂਜੀ, ਕੀ ਨਾਮ ਹੈ ਜੀ ਤੁਹਾਡਾ? ਗੁੱਡ ਆਫਟਰਨੂਨ ਜੀ, ਕੀ ਨਾਮ ਹੈ ਤੁਹਾਡਾ? ਹਾਂਜੀ ਮੈਮ, ਮੇਰਾ ਨਾਮ ਕੋਮਲਪ੍ਰੀਤ ਕੌਰ ਹੈ। ਕੋਮਲ, ਕਿੱਥੋਂ ਦਾ ਵੀਜ਼ਾ ਲਵਾਉਣਾ ਚਾਹੁੰਦੇ ਹੋ? ਹਾਂਜੀ ਮੈਮ, ਅਸੀਂ ਫਿਰੋਜ਼ਪੁਰ ਤੋਂ ਗੱਲ ਕਰ ਰਹੇ ਹਾਂ ਜੀ। ਕੀ ਸਵਾਲ ਹੈ ਤੁਹਾਡਾ? ਅਮਰੀਕਾ ਬਾਰੇ, ਹਾਂਜੀ ਮੈਮ, ਅਮਰੀਕਾ ਬਾਰੇ ਪੁੱਛਣਾ ਸੀਗਾ।
ਆਇਲਸ ਦਾ ਕੀ ਸਕੋਰ ਚਾਹੀਦਾ ਆ ਆਪਾਂ ਨੂੰ ਜੇ ਆਪਾਂ ਅਮਰੀਕਾ ਜਾਣਾ ਹੋਵੇ? ਕੋਮਲ ਜੀ ਮੈਨੂੰ ਸਟੱਡੀ ਦੱਸੋਗੇ, ਤੁਹਾਡੀ ਸਟੱਡੀ ਕੀ ਕੀਤੀ ਹੋਈ ਆ? ਸਰ ਮੈਂ +2 ਰੀਸੈਂਟਲੀ 2022 ਚ ਪਾਸ ਆਊਟ ਆ 79.2% ਨਾਲ। ਠੀਕ ਹੈ ਜੀ, ਫਿਰ ਤੁਸੀਂ ਯੂਐਸਸੀ ਕਿਉਂ ਜਾਣਾ ਚਾਹੁੰਦੇ ਹੋ? ਸਰ ਸਕਾਲਰ ਦੇ ਚਾਂਸਸ ਮੈਂ ਸਕਾਲਰਸ਼ਿਪ ਲੈਣਾ ਚਾਹੁੰਦੀ ਆ ਤਾਂ ਕਰਕੇ ਕੈਨੇਡਾ ਚ ਆਪਾਂ ਨੂੰ ਲੈਸ ਚਾਂਸਸ ਸਕਾਲਰਸ਼ਿਪ ਲਈ। ਦੇਖੋ ਜੀ, ਤਾਂ ਕਰਕੇ ਠੀਕ ਹੈ ਜੀ। ਤੁਹਾਡੇ +2 ਜਿਹੜਾ ਤੁਸੀਂ ਰੀਸੈਂਟ +2 ਕੀਤੀ ਆ ਉਹਦੇ ਵਿੱਚੋਂ ਕਿੰਨੇ % ਨੰਬਰ ਨੇ ਜੀ ਤੁਹਾਡੇ? ਸਰ 79.2। ਇੰਗਲਿਸ਼ ਚੋਂ ਕਿੰਨੇ ਨੇ ਜੀ? ਸਰ 78। ਠੀਕ ਹੈ ਜੀ, 40+ ਨੰਬਰ ਚਾਹੀਦੇ ਨੇ ਯੂਐਸ ਲਈ। ਕੋਮਲ ਜੀ ਤੁਹਾਨੂੰ ਆਈਲੈਟਸ ਕਰਨ ਦੀ ਜ਼ਰੂਰਤ ਨਹੀਂ ਹੈ, ਸਿਰਫ ਤੁਸੀਂ ਇੰਟਰਵਿਊ ਪ੍ਰੈਪਰੇਸ਼ਨਸ ਕਰਨੀ ਹੈ। ਸਿਰਫ 2 ਮਿੰਟਾਂ ਦੀ ਇੰਟਰਵਿਊ ਹੁੰਦੀ ਆ, ਉਹ ਮੇਰੇ ਆਫਿਸ ਵੱਲੋਂ ਤੁਹਾਨੂੰ ਸਾਡੇ ਐਕਸਪਰਟ ਰੈਡੀ ਕਰਾਉਣਗੇ, ਤੁਹਾਨੂੰ ਐਮਬੈਸੀ ਦੇ ਵਿੱਚ ਪ੍ਰੈਜ਼ੈਂਟ ਕੀਤਾ ਜਾਊਗਾ ਔਰ ਬਹੁਤ ਵਧੀਆ ਤੁਹਾਨੂੰ ਕਾਲਜ ਲੈ ਕੇ ਦਿੱਤਾ ਜਾਊਗਾ। ਤੁਸੀਂ ਸਾਡੇ ਇੱਕ ਵਾਰੀ ਆਫਿਸ ਵਿਜ਼ਿਟ ਕਰ ਲਓ, ਤੁਹਾਨੂੰ ਪ੍ਰੋਪਰ ਗਾਈਡ ਕਰ ਦੇਣਗੇ, ਕੋਈ ਜ਼ਿਆਦਾ ਖਰਚਾ ਨਹੀਂ ਹੈ। ਜਿਹੜੀ ਫੀਸ ਆ ਉਹ ਤੁਹਾਡੀ ਵੀਜ਼ੇ ਤੋਂ ਬਾਅਦ ਜਾਣੀ ਹੈ, ਤੇ ਤੁਸੀਂ ਇੱਕ ਵਾਰੀ ਆਫਿਸ ਵਿਜ਼ਿਟ ਕਰੋ ਜੀ। ਹੋਗੀ ਆਪਾਂ ਨੂੰ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਤਾਂ ਸਵਾਲ ਇਸੇ ਤਰ੍ਹਾਂ ਹੁਣ ਬੱਚੇ ਕਈ ਕਹਿ ਰਹੇ ਨੇ ਵੀਜ਼ਾ ਲਵਾਉਣਾ, ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਬੜੀ ਸਾਹਮਣੇ ਆਉਂਦੀ ਜਦੋਂ ਅਸੀਂ ਕਹਿ ਦਈਏ ਵੀ ਕਿਸੇ ਨੇ ਬਾਹਰ ਜਾਣਾ ਹੈ ਤਾਂ ਇੱਕ ਚੀਜ਼ ਦਾ ਨਾਮ, ਇੱਕ ਕੰਟਰੀ ਦਾ ਨਾਮ ਆਉਂਦਾ ਜੀ, ਕੈਨੇਡਾ। ਹਾਂਜੀ, ਇਹ ਕਿਉਂ ਆਉਂਦਾ, ਕੀ ਰੀਜ਼ਨ ਹੈ ਕੈਨੇਡਾ 'ਚ ਇਹੋ ਜਿਹਾ ਕੀ ਖਾਸ ਹੈ ਕਿ ਸਾਰੇ ਪੰਜਾਬ ਦੇ ਬੱਚੇ ਕੈਨੇਡਾ 'ਚ ਜਾ ਰਹੇ ਨੇ? ਅੱਧਾ ਤਾਂ ਪੰਜਾਬ ਬਣ ਗਿਆ ਕੈਨੇਡਾ। ਇਹ ਪਤਾ ਕੀ ਹੈ ਜੀ, ਇੱਕ ਹਊਆ ਹੈ ਕੈਨੇਡਾ ਜਾਣਾ ਹੈਗਾ। ਕੈਨੇਡਾ ਮੈਨੂੰ ਨਹੀਂ ਲੱਗਦਾ ਐਸਾ ਕੁਝ ਕੈਨੇਡਾ ਰੱਖਿਆ ਹੈ, ਠੀਕ ਹੈ ਜੀ। ਅਗਰ ਸੋਚਿਆ ਜਾਵੇ ਤਾਂ ਜੀ, ਜੇ ਤੁਸੀਂ ਕੰਮ ਕਰਨਾ ਹੈ, ਜੇ ਤੁਸੀਂ ਪੈਸੇ ਕਮਾਉਣੇ ਨੇ, ਉਹ ਇੱਥੇ ਵੀ ਕਮਾਏ ਜਾ ਸਕਦੇ ਨੇ ਜੀ, ਠੀਕ ਹੈ। ਜੇ ਕੈਨੇਡਾ ਬਸ ਇਹ ਆ ਕਿ ਜਿਹੜੇ ਆਪਣਾ ਇੱਥੇ ਇਹ ਆ ਕਿ ਬੱਚੇ ਥੋੜੇ ਜੇ ਘੱਟ ਵਰਕਿੰਗ ਹੁੰਦੇ ਨੇ ਜਾਂ ਉਰੇ ਘੱਟ ਪੈਸੇ ਬਣਦੇ ਨੇ, ਉੱਥੇ ਜਾ ਕੇ ਥੋੜੇ ਜਿਹੇ ਜ਼ਿਆਦਾ ਪੈਸੇ ਬਣ ਜਾਂਦੇ ਨੇ। ਕੈਨੇਡਾ ਹੋਰ ਕੁਝ ਨਹੀਂ ਹੈ। ਕੈਨੇਡਾ ਇੱਕ ਨਾ ਉਹ ਹਊਆ ਬਣ ਗਿਆ, ਦੇਖੋ ਦੇਖ ਕਿ ਮੇਰੇ ਰਿਸ਼ਤੇਦਾਰੀ 'ਚ 2 ਬੰਦੇ ਗਏ ਨੇ ਜੀ, ਮੇਰੇ ਭੂਆ ਮਾਸੀ ਦੇ ਮੁੰਡੇ ਗਏ ਨੇ ਤੇ ਅਸੀਂ ਵੀ ਜਾਣਾ। ਉਹ ਬਸ ਇੱਕ ਹਊਆ ਬਣ ਗਿਆ ਕਿ ਆਪਾਂ ਦੇਖੋ ਦੇਖ ਕੈਨੇਡਾ ਕਰੀ ਜਾਂਦੇ। ਹੋਰ ਵੀ ਬਹੁਤ ਸਾਰੀਆਂ ਕੰਟਰੀਆਂ ਨੇ, ਅਗਰ ਤੁਸੀਂ ਪੈਸਾ ਕਮਾਉਣਾ ਤਾਂ ਕੈਨੇਡਾ ਤੋਂ ਬਾਹਰ ਨਿਕਲ ਕੇ ਦੇਖੋਗੇ। ਆਸਟ੍ਰੇਲੀਆ, ਮੈਨੂੰ ਲੱਗਦਾ ਕੈਨੇਡਾ ਤੋਂ ਜ਼ਿਆਦਾ ਪੈਸੇ ਆਸਟ੍ਰੇਲੀਆ ਬਣਦੇ ਨੇ। ਬਿਲਕੁਲ। ਹਾਂਜੀ, ਜੇ ਗੱਲ ਕੀਤੀ ਜਾਵੇ ਤਾਂ ਉੱਥੇ ਕਹਿੰਦੇ ਵਰਕ ਬੇਸਿਸ ਤੇ ਰਹਿਣ ਦਾ ਤਰੀਕਾ ਉੱਥੇ ਬਹੁਤ ਵਧੀਆ ਹੈ ਆਸਟ੍ਰੇਲੀਆ ਦੀ। ਪਰ ਉੱਥੇ ਜੇ ਆਸਟ੍ਰੇਲੀਆ ਦੀ ਤੁਸੀਂ ਗੱਲ ਕੀਤੀ ਹੈ ਤੇ ਇੱਕ ਸਵਾਲ ਹੈ ਕਿ ਆਸਟ੍ਰੇਲੀਆ ਦਾ ਵਿਦਆਊਟ ਆਇਲਸ ਵੀਜ਼ਾ ਜੇ ਕਿਸੇ ਬੱਚੇ ਨੇ ਲਵਾਇਆ ਤੇ ਉਹਦੀ ਰਿਫਿਊਜ਼ਲ ਆ ਗਈ ਤਾਂ ਅੱਗੇ ਉਹ ਬੱਚਾ ਡਰ ਰਿਹਾ, ਉਹ ਕਹਿੰਦਾ ਕਿ ਮੈਂ ਫਾਈਲ ਨਹੀਂ ਲਾ ਸਕਦਾ ਕਿ ਫੇਰ ਨਾ ਕਿਤੇ ਰਿਫਿਊਜ਼ਲ ਹੈ, ਤੇ ਇਸ ਲਈ ਫਿਰ ਅੱਗੇ ਕੀ ਕਰਨਾ ਚਾਹੀਦਾ ਬੱਚੇ ਨੂੰ? ਜਾਂ ਤਾਂ ਫਾਈਲ ਦੁਬਾਰਾ ਕਰ ਲੇ ਜਾਂ ਕਿਸੇ ਛੋਟੀ ਕੰਟਰੀ ਚ ਲਾ ਲੇ। ਦੇਖੋ ਜੀ, ਅਗਰ ਉਹਨੇ ਫਾਈਲ ਵਿਦਆਊਟ ਆਈਲੈਟਸ ਲਾਈ ਹੈ ਤਾਂ ਫਾਈਲ ਲਾਉਣੀ ਨਹੀਂ ਬਣਦੀ ਸੀ। ਜਿਹੜੇ ਨੇ ਵੀ ਫਾਈਲ ਲਾਈ ਹੈ ਤਾਂ ਬਹੁਤ ਗਲਤ ਤਰੀਕੇ ਨਾਲ ਫਾਈਲ ਲਾਈ ਆ। ਆਸਟ੍ਰੇਲੀਆ ਦਾ ਕੁਝ ਟਾਈਮ ਸੀਗੀ 5.5 ਤੇ ਵੀਜ਼ੇ ਦੇ ਰਿਹਾ ਸੀਗਾ। ਆਸਟ੍ਰੇਲੀਆ ਨੇ ਬਹੁਤ ਵੀਜ਼ੇ ਦਿੱਤੇ ਨੇ। ਜਦੋਂ ਆਸਟ੍ਰੇਲੀਆ ਨੂੰ ਲੱਗਿਆ ਕਿ ਸਾਡੇ ਕੋਲ ਬਹੁਤ ਸਾਰਾ ਰਸ਼ ਪੈ ਗਿਆ, ਬੱਚੇ ਸਾਡੇ ਕੋਲ ਆਉਣ ਜਾਗੇ, ਉਹਨੇ ਵੀ 6.5 ਬੈਂਡ ਕੰਪਲਸਰੀ ਕਰਤੇ ਜੀ। ਆਸਟ੍ਰੇਲੀਆ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਤੋਂ ਜ਼ਿਆਦਾ ਔਖਾ ਜੀ ਵੀਜ਼ਾ ਲੈਣਾ। ਸਟੂਡੈਂਟ ਟੂਰਿਸਟ ਵੀਜ਼ਾ ਈਜ਼ੀ ਹੈ। ਵੀਜ਼ੇ ਦੀ ਗੱਲ ਕਰਦੇ ਹਾਂ, ਟੂਰਿਸਟ ਵੀਜ਼ੇ ਦਾ ਕੀ ਸੀਨ ਹੈ, ਕੀ ਲੱਗ ਸਕਦਾ, ਆਪਾਂ ਲਵਾ ਸਕਦੇ ਹਾਂ? ਬਿਲਕੁਲ ਜੀ, ਟੂਰਿਸਟ ਵੀਜ਼ਾ ਬਹੁਤ ਆਸਾਨੀ ਨਾਲ ਮਿਲ ਰਿਹਾ। ਬਸ ਸਾਨੂੰ 3-4 ਚੀਜ਼ਾਂ ਚਾਹੀਦੀਆਂ ਨੇ। ਇੱਕ ਤਾਂ ਬੰਦਾ ਵਰਕਿੰਗ ਹੋਵੇ ਔਰ ਬੰਦੇ ਦੀ ITR ਹੋਵੇ ਪ੍ਰੋਪਰ, ਔਰ ਜਾਣ ਦਾ ਕਾਰਨ ਦੇ ਦੇ ਆਸਟ੍ਰੇਲੀਆ ਨੂੰ ਔਰ ਆਉਣ ਦਾ ਕਾਰਨ ਦੇ ਦੇ। ਖੁਸ਼ ਹੋ ਕੇ ਟੂਰਿਸਟ ਵੀਜ਼ਾ ਆਸਟ੍ਰੇਲੀਆ ਦਾ ਲੱਗ ਰਿਹਾ ਜੀ। ਜੀ, ਤਾਂ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਸਵਾਗਤ ਹੈ ਜੀ, ਕੌਣ ਗੱਲ ਕਰ ਰਹੇ ਹੋ? ਹਾਂਜੀ, ਕੌਣ ਗੱਲ ਕਰ ਰਹੇ ਹੋ ਜੀ? ਜੀ ਗੱਲ ਕਰ ਰਿਹਾ ਮੈਂ ਅੰਮ੍ਰਿਤਸਰ ਤੋਂ ਜੀ। ਕੀ ਸਵਾਲ ਹੈ ਤੁਹਾਡਾ? ਕੈਨੇਡਾ ਬਾਰੇ ਪੁੱਛਣਾ ਸੀ। ਹਾਂਜੀ ਬੋਲੋ ਜੀ। ਕੈਨੇਡਾ ਸਟੱਡੀ ਦੇ ਬਾਰੇ। ਠੀਕ ਹੈ ਜੀ, ਤੁਸੀਂ ਸਟੱਡੀ ਕੀ ਕੀਤੀ ਹੈ ਜੀ? ਮੈਡੀਕਲ ਕੀਤੀ ਹੈ ਜੀ। ਮੈਡੀਕਲ ਕੀਤੀ ਹੈ, ਠੀਕ ਹੈ ਜੀ। ਕਿਹੜੇ ਈਅਰ 'ਚ ਕੀਤੀ ਹੈ ਤੁਸੀਂ? 2017 ਪਾਸ ਆਊਟ ਆ। 17, 18, 19, 20 ਮਤਲਬ ਤੁਹਾਡਾ 4-5 ਸਾਲ ਦਾ ਗੈਪ ਹੈ ਜੀ। ਹਾਂਜੀ ਸਰ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਕੀ ਕੀਤਾ ਜੀ? ਇਹ ਸਰ ਗੈਪ ਹੈ ਤੇ ਆਇਲਸ ਕੀਤੀ ਹੈ। ਠੀਕ ਹੈ, ਆਈਲੈਟਸ ਕੀਤੀ ਹੈ ਜੀ। ਕਿੰਨੇ ਸਕੋਰ ਆ ਤੁਹਾਡੇ? ਓਵਰਆਲ 8 ਹੈ ਸਰ। ਠੀਕ ਹੈ ਜੀ। ਤੁਸੀਂ ਕੈਨੇਡਾ ਹੀ ਕਿਉਂ ਜਾਣਾ ਚਾਹੁੰਦੇ ਹੋ? ਸਰ ਵੈਸੇ ਹੀ ਕੈਨੇਡਾ ਮਾਈ ਫੇਵਰਿਟ ਡੈਸਟੀਨੇਸ਼ਨ। ਠੀਕ ਹੈ ਜੀ। ਦੇਖੋ ਜੇ ਤੁਸੀਂ 8 ਬੈਂਡ ਹੈਗੇ ਆ, ਤੁਸੀਂ ਨੇ ਆਈਲੈਟਸ ਪ੍ਰੋਪਰ ਕੀਤੀ ਹੈ, ਤੁਸੀਂ +2 ਤੁਹਾਡਾ 5 ਸਾਲ ਦਾ ਗੈਪ ਹੈ। ਜਿਹੜਾ 5 ਸਾਲ ਦਾ ਗੈਪ ਹੈ ਜੀ, ਉਹ ਤੁਸੀਂ ਕਵਰ ਕਰਨਾ ਹੈ। ਠੀਕ ਹੈ ਜੀ। ਜੇ ਤੁਸੀਂ ਉਹਨੂੰ ਕਵਰ ਕਰ ਸਕਦੇ ਹੋ, ਤੁਸੀਂ 8 ਸਾਲਾਂ ਵਿੱਚ ਕੁਝ ਵੀ ਕੰਮ ਕੀਤਾ ਜਾਂ ਤੁਸੀਂ ਜੌਬ ਕੀਤੀ ਹੈ, ਤੁਸੀਂ ਕੋਈ ਵੀ ਕੰਮ ਕਰਿਆ, ਅਗਰ ਤੁਹਾਡਾ ਉਹਦੇ ਕੋਲੇ ਉਹਦਾ ਪ੍ਰੂਫ ਹੈਗਾ ਤਾਂ ਤੁਹਾਡਾ ਕੈਨੇਡਾ ਹੋ ਸਕਦਾ। ਆਪਾਂ ਸ਼ੋਰਲੀ ਵੀਜ਼ਾ ਲਵਾ ਕੇ ਦੇਵਾਂਗੇ, ਪਰ ਤੁਹਾਨੂੰ ਗੈਪ ਜ਼ਰੂਰ ਕਵਰ ਕਰਨਾ ਪੈਣਾ। ਆਪਾਂ ਨੂੰ ਐਮਬੈਸੀ ਨੂੰ ਦੱਸਣਾ ਪੈਣਾ ਜੀ ਆਪਾਂ 5 ਸਾਲ ਕੀਤਾ ਕੀ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਕਾਲ ਤੇ ਜੁੜਨ ਦੇ ਲਈ। ਤਾਂ ਸਰ ਇੱਥੇ ਸਵਾਲ ਆ ਜਾਂਦੇ ਨੇ, ਜਿਵੇਂ ਹੁਣ ਇਹਨਾਂ ਨੇ ਗੈਪ ਦੀ ਗੱਲ ਕੀਤੀ ਹੈ,
ਬੱਚੇ ਟਾਈਮ ਵੇਸਟ ਕਰ ਲੈਂਦੇ ਨੇ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਪਲੱਸ 2 ਤੋਂ ਬਾਅਦ ਕੋਈ ਕੋਰਸ ਕਰ ਲਿਆ, ਚਲੋ ਯੂਨੀਵਰਸਿਟੀਆਂ 'ਚ ਘੁੰਮਣ ਦਾ ਸ਼ੌਂਕ ਹੁੰਦਾ, ਤੁਸੀਂ ਟਾਈਮ ਖਰਾਬ ਕਰ ਲਿਆ, ਕੁਝ ਨਹੀਂ ਬਣਿਆ, ਸਰਕਾਰੀ ਨੌਕਰੀ ਨਹੀਂ ਮਿਲੀ, ਫਿਰ ਅੱਗੇ ਜਾ ਕੇ ਲਾਸਟ ਆਪਸ਼ਨ ਹੁੰਦੀ ਹੈ ਕਿ ਬਾਹਰ ਚੱਲ ਜਾਈਏ, ਫਿਰ ਉੱਥੇ ਕੰਪਨੀਆਂ ਡਰਾ ਦਿੰਦੀਆਂ, ਕਹਿੰਦੀਆਂ ਨੇ ਕਿ ਵੀਜ਼ਾ ਨਹੀਂ ਲੱਗਦਾ ਜੀ, ਗੈਪ ਪਿਆ। ਦੇਖੋ ਕੰਪਨੀਆਂ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਸਹੀ ਨੇ ਜੀ, ਜੇ ਮੈਂ ਦੇਖਿਆ ਜਾਵੇ ਮੈਂ ਕੋਈ ਵੀ ਕੰਪਨੀ ਨੂੰ ਮਾੜਾ ਨਹੀਂ ਕਹੂੰਗਾ। ਜੇ ਉਹ ਕਹਿ ਰਹੀਆਂ ਨੇ ਕਿ ਜੀ ਵੀਜ਼ਾ ਨਹੀਂ ਲੱਗੂਗਾ ਤਾਂ ਸ਼ਾਇਦ ਬਹੁਤ ਚੰਗੀ ਗੱਲ ਆ, ਉਹ ਕਹਿ ਰਹੀਆਂ ਨੇ ਕਿ ਵੀਜ਼ਾ ਨਹੀਂ ਲੱਗੂਗਾ। ਨਹੀਂ ਤਾਂ ਜਿਹੜੀਆਂ ਕੰਪਨੀਆਂ ਜ਼ਿਆਦਾਤਰ ਇਹ ਕਹਿੰਦੀਆਂ ਨੇ ਲੱਗੂਗਾ, ਠੀਕ ਹੈ ਜੀ, ਜੇ ਉਹ ਕਹਿ ਰਹੀਆਂ ਨੇ ਵੀਜ਼ਾ ਨਹੀਂ ਲੱਗੂਗਾ ਤੇ ਮਤਲਬ ਫਿਰ ਉਹ ਸਹੀ ਕੰਪਨੀ ਸਹੀ ਹੈ ਕਿ ਵੀਜ਼ਾ ਨਹੀਂ ਲੱਗੂਗਾ, ਹੈ ਨਾ। ਕਿਉਂਕਿ ਜਿਹੜਾ ਗੈਪ ਹੈ, ਗੈਪ ਇੱਕ ਐਸੀ ਚੀਜ਼ ਹੈਗੀ, ਦੇਖੋ ਮੇਰੀ ਗੱਲ ਸੁਣੋ, ਅੰਬੈਸੀ ਹੈ, ਠੀਕ ਹੈ, ਆਸਟ੍ਰੇਲੀਆ ਉਹਨੇ ਪੜ੍ਹਨ ਜਾਣਾ ਜਾਂ ਉਹਨੇ ਕੈਨੇਡਾ ਉਹਨੇ ਪੜ੍ਹਨ ਜਾਣਾ। ਹੁਣ ਅੰਬੈਸੀ ਇਹ ਤਾਂ ਸੋਚੂਗੀ ਕਿ ਬੱਚੇ ਨੇ ਜਦੋਂ 12ਵੀਂ ਤੋਂ ਬਾਅਦ 5 ਸਾਲ ਉਰੇ ਕੁਝ ਨਹੀਂ ਕਰਿਆ, ਬਾਹਰ ਜਾ ਕੇ ਕੀ ਕਰੂ ਜੀ। ਇਹ ਡਾਊਟ ਕ੍ਰੀਏਟ ਹੋ ਜਾਂਦਾ ਹੈ, ਡਾਊਟ ਕ੍ਰੀਏਟ ਹੋ ਜਾਂਦਾ। ਦੇਖੋ ਗੈਪ ਅਗਰ ਤੁਸੀਂ ਗੈਪ ਵੀ ਜੈਨੂਨ ਤਰੀਕੇ ਨਾਲ ਤੁਸੀਂ ਫਿਲ ਨਹੀਂ ਕਰ ਪਾਉਂਦੇ ਤਾਂ ਅੰਬੈਸੀ ਨੂੰ ਵੀ ਪਤਾ ਲੱਗ ਜਾਂਦਾ ਕਿ ਗੈਪ ਵੀ ਫੇਕ ਹੈ, ਠੀਕ ਹੈ। ਰਿਫਿਊਜ਼ਲ ਜਿਹੜੀਆਂ ਆਉਂਦੀਆਂ ਨੇ, ਜਿਹੜੀਆਂ ਵਧੀਆ ਕੰਪਨੀਆਂ ਵਧੀਆ ਰਿਪਰੈਜ਼ੈਂਟ ਫਾਈਲ ਕਰਦੀਆਂ ਨੇ ਜੀ, ਜਿਹੜੀਆਂ ਇਹ ਰਿਫਿਊਜ਼ਲ ਆਉਂਦੀਆਂ ਨੇ ਇਹ ਬੱਚਿਆਂ ਦੀ ਗਲਤੀ ਕਾਰਨ ਆ ਜਾਂਦੀਆਂ ਨੇ ਕਈ ਵਾਰ। ਵੀ ਹੁਣ ਮੰਨ ਲਓ ਕਿ ਆਪਾਂ ਕੋਈ USA ਐਮਬੈਸੀ ਦੇ ਵਿੱਚ ਜਾਂ ਕੈਨੇਡਾ ਐਮਬੈਸੀ 'ਚ ਆਪਾਂ ਨੇ ਲਾਤਾ, ਬੱਚੇ ਨੇ 7 ਸਾਲ ਪਹਿਲਾਂ ਪਲੱਸ 2 ਕੀਤੀ ਹੈ, ਪਲੱਸ 2 'ਚੋਂ ਬਹੁਤ ਵਧੀਆ ਨੰਬਰ ਨੇ ਜੀ, ਹੁਣ ਉਹ ਜਾਣਾ ਚਾਹੁੰਦਾ ਕੈਨੇਡਾ, ਕੈਨੇਡਾ ਦਾ ਉਹਨੇ ਗੈਪ ਕਰ ਲਿਆ 7 ਸਾਲ ਦਾ, ਠੀਕ ਹੈ ਜੀ, 7 ਸਾਲ ਉਹਨੇ ਜੌਬ ਕਰੀ ਹੈ, ਹੁਣ ਉਹ ਇੱਕਦਮ ਪੜ੍ਹਨ ਜਾਣਾ ਚਾਹੁੰਦਾ ਤਾਂ ਕੈਨੇਡਾ ਕਦੇ ਤਾਂ ਸੋਚੂਗਾ ਹੀ ਕਿ 7 ਸਾਲ ਕੰਮ ਕਰਨ ਤੋਂ ਬਾਅਦ ਐਸਾ ਇਹਦੇ 'ਚ ਕੀ ਆ ਗਿਆ ਜਿਹੜਾ ਹੁਣੇ ਪੜ੍ਹਨ ਜਾਣਾ ਚਾਹੁੰਦਾ, ਠੀਕ ਹੈ। ਇਸ ਕਰਕੇ ਰਿਫਿਊਜ਼ਲਾਂ ਆਉਂਦੀਆਂ ਨੇ, 2-4 ਸਾਲ ਦਾ ਗੈਪ ਚੱਲ ਜਾਂਦਾ, ਜਿਹੜਾ ਕਵਰ ਹੋ ਜੇ 8-8, 9, 10 ਸਾਲਾਂ ਦੇ ਗੈਪ ਨਹੀਂ ਚੱਲਦੇ ਹੁੰਦੇ। ਮੇਨ ਤਾਂ ਮੇਰੇ ਅਕੋਰਡਿੰਗ ਤਾਂ 2-3 ਸਾਲ ਦਾ ਗੈਪ ਆ ਜਿਹੜਾ ਉਹ ਆਪਾਂ ਕਵਰ ਕਰਾ ਸਕਦੇ ਹਾਂ। ਕੋਈ ਵੀ ਕੰਪਿਊਟਰ ਆਪਾਂ ਸ਼ੋਅ ਕਰ ਸਕਦੇ ਹਾਂ ਜੀ ਬੱਚੇ ਨੇ ਕੰਪਿਊਟਰ ਕੀਤਾ ਜਾਂ ਕੋਈ ਛੋਟੀ-ਮੋਟੀ ਜੌਬ ਕੀਤੀ ਹੈ। ਤੁਸੀਂ ਸਕਾਈ ਹਾਈ ਕਿਉਂ ਹੈ ਜੇ ਗੱਲ ਕਰ ਲਈਏ ਤਾਂ ਤੁਹਾਡੇ ਬਾਰੇ ਸੁਣਿਆ ਲਾਈਕ ਤੁਸੀਂ CEO ਵੀ ਰਹੇ ਹੋ, ਤੇ ਇੱਧਰ ਫਿਰ ਤੁਸੀਂ ਸਟੱਡੀ ਵਾਲੇ ਪਾਸੇ ਕਿੱਦਾਂ ਆ ਗਏ, ਕਿੱਦਾਂ ਆਉਣਾ ਹੋ ਗਿਆ? ਪਰਸਨਲ ਲਾਈਫ ਤੋਂ ਜੇ ਸਵਾਲ ਪੁੱਛਿਆ ਜਾਵੇ। ਦੇਖੋ ਮੈਮ ਕੀ ਹੈ, ਮੈਂ ਨਾ ਬਹੁਤ ਹੀ ਕਲੋਜ਼ ਮੈਂ ਦੇਖਦਾ ਸੀਗਾ ਇਹਨਾਂ ਆਫਿਸਿਸ ਨੂੰ, ਬਹੁਤ ਸਾਰੇ ਬੱਚਿਆਂ ਨੂੰ ਦੇਖਦਾ ਸੀਗਾ ਕਿ ਬਹੁਤ ਸਾਰੀਆਂ ਮੈਂ ਵੀਡੀਓਜ਼ ਦੇਖਦਾ ਸੀਗਾ ਕਿ ਬੱਚੇ ਬਹੁਤ ਹਰਾਸ ਹੋ ਰਹੇ ਸੀਗੇ ਤੇ ਬੱਚਿਆਂ ਨੂੰ ਪ੍ਰੋਪਰ ਗਾਈਡ ਨਹੀਂ ਕਰਿਆ ਜਾ ਰਿਹਾ ਸੀ। ਕੋਈ ਨਾ ਕੋਈ ਵੀ ਕੋਈ ਪੈਸੇ ਲੈ ਕੇ ਭੱਜ ਗਿਆ ਜਾਂ ਕੋਈ ਕੁਛ ਕਰ ਲਿਆ ਤੇ ਫਿਰ ਮੈਂ ਇਹ ਡਿਸਾਈਡ ਕਰਿਆ ਸੀਗਾ ਕਿ ਨਹੀਂ ਯਾਰ ਆਪਾਂ ਬਹੁਤ ਟਾਈਮ ਵਧੀਆ ਆਪਾਂ ਨੇ ਜੌਬ ਕਰੀ ਹੈ ਕਿ ਆਪਾਂ ਕੋਈ ਵਧੀਆ ਗਾਈਡਨੈਸ ਦੇ ਪਾਈਏ, ਹੈ ਨਾ, ਬੱਚਿਆਂ ਨੂੰ। ਹੁਣ ਦੇਖੋ ਇਹ ਹੈਗਾ ਕਿ ਮੇਰਾ ਇੱਕ ਸਿਸਟਮ ਹੈ ਕਿ ਮੇਰੇ ਆਫਿਸ ਦੇ ਵਿੱਚ ਕੋਈ ਆਊਗਾ, ਮੈਂ ਉਹਨਾਂ ਨੂੰ ਇਹ ਕਿਹਾ ਕਿ ਸਾਫ਼ ਮਨਾ ਕਰੋ ਜੀ। ਜੇ ਉਹਨਾਂ ਦਾ ਅਗਰ ਬੱਚੇ ਦੇ 80% ਵੀ ਚਾਂਸ ਬਣਦੇ ਨੇ ਤਾਂ ਆਪਾਂ ਫਾਈਲ ਲਾਈਓ, ਜੇ ਉਹਨਾਂ ਦੇ ਬਣਦੇ ਹੀ ਨਹੀਂ 50% ਤਾਂ ਆਪਾਂ ਕਿਉਂ ਲਾਈਏ, ਕਿਉਂ ਆਪਾਂ ਬੱਚੇ ਨੂੰ ਸਾਫ਼ ਮਨਾ ਕਰ ਦੋ। ਹੋਰ ਬਹੁਤ ਕੇਸ ਨੇ, ਬਹੁਤ ਵੱਡਾ ਪੰਜਾਬ ਹੈ ਤੇ ਇਸ ਕਰਕੇ ਮੈਨੂੰ ਲੱਗਿਆ ਕਿ ਪ੍ਰੋਪਰ ਵਧੀਆ ਮੈਂ ਗਾਈਡ ਕਰ ਪਾਵਾਂ ਤੇ ਮੈਂ ਬੱਚਿਆਂ ਦੇ ਭਵਿੱਖ ਨੂੰ ਬਚਾ ਪਾਵਾਂ ਕਿ ਉਹਨਾਂ ਨਾਲ ਕੋਈ ਇਦਾਂ ਦਾ ਮਿਸ ਜੀ। ਬਿਲਕੁਲ ਇਸੇ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਕਈ ਵਾਰ ਬੱਚਿਆਂ ਨੂੰ ਚੀਟ ਹੋ ਜਾਂਦਾ। ਆਪਾਂ ਅੱਜ ਦੇ ਟਾਈਮ 'ਚ ਅਸੀਂ ਪੜ੍ਹੇ ਲਿਖੇ ਹੋ ਕੇ ਵੀ ਕਈ ਵਾਰ ਗੱਲਾਂ ਦੇ ਵਿੱਚ ਆ ਜਾਂਦੇ ਕਿਉਂਕਿ ਗੱਲਾਂ ਹੀ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਪੈਸਾ ਅਸੀਂ ਖਰਾਬ ਕਰ ਦਿੰਦੇ ਹਾਂ। ਤਾਂ ਇਸੇ ਲਈ ਅਸੀਂ ਤੁਹਾਡੇ ਨਾਲ ਹਰ ਦਿਨ ਇਹ ਸ਼ੋਅ ਲੈ ਕੇ ਆਉਂਦੇ ਹਾਂ, ਨਵੀਂ ਤੁਹਾਨੂੰ ਗਾਈਡਸ ਦਿੰਦੇ ਹਾਂ ਵੀ ਤੁਸੀਂ ਕਿਤੇ ਗਲਤ ਰਸਤੇ ਨਾ ਪਾਓ। ਤਾਂ ਤੁਸੀਂ ਜ਼ਰੂਰ ਵਿਜ਼ਿਟ ਕਰਿਓ, ਔਰ ਨੰਬਰ ਵੀ ਤੁਹਾਨੂੰ ਸਕਰੀਨ ਤੇ ਮੈਂਸ਼ਨ ਕੀਤਾ। ਕੋਈ ਜਾਣਕਾਰੀ ਜੇਕਰ ਤੁਸੀਂ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਨੰਬਰ ਤੇ ਕਾਲ ਕਰਕੇ ਬਕਾਇਦਾ ਤੁਹਾਡੇ ਆਫਿਸ ਟਾਈਮ ਤੇ 17 ਸੈਕਟਰ ਚੰਡੀਗੜ੍ਹ ਦੇ ਵਿੱਚ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਸੋ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ। ਉਮੀਦ ਕਰਦੇ ਹਾਂ ਕਿ ਤੁਹਾਡਾ ਦਿਨ ਸ਼ੁਭ ਹੋਵੇ। ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਸਾਡੇ ਆਫਿਸ ਦੇ ਵਿੱਚ ਆਏ ਹੋ। ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ।